ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਹਿਨਾਦ ਪ੍ਰਵਾਦ ਲੋਚਨਾਦ ਗੁਰੂ ਸੰਤਕਾਲ ਜੈ ਦੇਵ ਸਭਨਾ। ਅੰਬਰੀਸ਼ ਕਬੀਰ ਪ੍ਰਭੂ ਨਾਮੇ ਲਖੀਫਨ ਭਜ ਮਨਾ। ਰਹਿਨਾਦ ਪ੍ਰਵਾਦ ਲੋਚਨਾਦ ਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੱਜ ਸਾਧ ਸੰਗਤ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਔਰ ਖਾਲਸਾ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ, ਤਿੰਨਾਂ ਦਾ ਸ਼ਹੀਦੀ ਦਿਹਾੜਾ ਹੈ। ਬਾਬਾ ਜੀ ਅਤੇ ਉਹਨਾਂ ਦੇ ਨਾਲ ਅਨੇਕਾਂ ਸਿੰਘਾਂ ਨੇ ਅੱਜ ਦੇ ਦਿਨ ਸ਼ਹਾਦਤ ਪ੍ਰਾਪਤ ਕੀਤੀ। ਅੱਜ ਤੋਂ 306 ਸਾਲ ਪਹਿਲਾਂ 1716 ਈਸਵੀ ਸਨ ਔਰ 1773 ਬਿਕਰਮੀ ਸੰਮਤ ਨੂੰ ਅੱਜ ਦੇ ਦਿਹਾੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੋਈ। ਬਾਬਾ ਜੀ ਦੀ ਸਾਰੀ ਸਰੀਰ ਕਾਰਬਲਾ 46 ਸਾਲ ਹੋਈ ਹੈ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ। ਬਾਬਾ ਜੀ ਦੇ ਜੀਵਨ ਦੇ ਵਿੱਚ ਬਚਨ ਲਿਖਿਆ ਹੈ ਕਿ 1727 ਬਿਕਰਮੀ ਸੰਮਤ 1670 ਈਸਵੀ ਸਨ ਨੂੰ ਬਾਬਾ ਜੀ ਦਾ ਜਨਮ ਹੋਇਆ ਜੰਮੂ ਦੇ ਇਲਾਕੇ ਰਜੌਰੀ ਪਿੰਡ ਦੇ ਵਿੱਚ। ਪਿਤਾ ਬਾਬਾ ਰਾਮਦੇਵ ਜੀ ਰਾਜਪੂਤ, ਤਿੰਨਾਂ ਦੇ ਗ੍ਰਹਿ ਵਿਖੇ। ਸਮੇਂ ਦੇ ਨਾਲ ਪਹਿਲਾਂ ਮਾਪਿਆਂ ਨੇ ਆਪ ਜੀ ਦਾ ਨਾਮ ਲਛਮਣ ਦੇਵ ਰੱਖਿਆ ਸੀ, ਫਿਰ ਵੈਸ਼ਨੂ ਮਤ ਧਾਰਨ ਕੀਤਾ ਤਾਂ ਫਿਰ ਵੈਸ਼ਨੂ ਸਾਧੂ ਨੇ ਆਪ ਜੀ ਦਾ ਨਾਮ ਮਾਧੋਦਾਸ ਬੈਰਾਗੀ ਰੱਖਿਆ। ਔਗੜਨਾਥ ਜੋਗੀ ਵੀ ਮਿਲਿਆ, ਉਸ ਦੀ ਸੰਗਤ ਕਰਕੇ ਮੰਤਰਾਂ ਦਾ ਜਪ ਕਰਕੇ ਰਿੱਧੀਆਂ ਸਿੱਧੀਆਂ ਵੀ ਹਾਸਲ ਕੀਤੀਆਂ, ਵੀਰ ਵੀ ਵਸ ਵਿੱਚ ਕੀਤੇ। ਨੰਦੇੜ ਦੀ ਧਰਤੀ ਤੇ ਬਹਿ ਕੇ ਜਪ ਤਪ ਕੀਤਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਪਹੁੰਚਦੇ ਹਨ, ਸਤਿਗੁਰਾਂ ਦੇ ਨਾਲ ਮਿਲਾਪ ਹੁੰਦਾ ਹੈ।
ਤਾਂ ਗਰੀਬ ਨਵਾਜ ਸਤਿਗੁਰੂ ਜੀ ਫਿਰ ਆਪ ਜੀ ਨੂੰ ਸਿੰਘ ਸਜਾਉਂਦੇ ਹਨ। ਜਿਸ ਵੇਲੇ ਆ ਕੇ ਚਰਨਾਂ ਤੇ ਨਮਸਕਾਰ ਕੀਤੀ ਤੇ ਕਿਹਾ ਸੀ ਕਿ ਮਹਾਰਾਜ, ਮੈਂ ਆਪ ਜੀ ਦਾ ਬੰਦਾ, ਮੈਂ ਆਪ ਜੀ ਦਾ ਗੁਲਾਮ, ਆਪ ਜੀ ਦਾ ਸੇਵਕ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਛਕਾ ਕੇ ਨਾਮ ਭਾਈ ਗੁਰਬਖਸ਼ ਸਿੰਘ ਰੱਖਿਆ। 5 ਤੀਰ ਦਿੱਤੇ, ਬਖਸ਼ਿਸ਼ਾਂ ਕੀਤੀਆਂ, 5 ਸਿੰਘਾਂ ਦੀ ਤਾਬਿਆ ਪੰਜਾਬ ਦੀ ਧਰਤੀ ਵੱਲ ਨੂੰ ਤੋਰਿਆ ਨਿਸ਼ਾਨ ਨਗਾਰਾ ਦੇ ਕਰਕੇ। ਇਹ ਬਚਨ ਕਹੇ ਵੀ ਖਾਲਸੇ ਦੇ 5 ਸਿੰਘਾਂ ਦੇ ਅਧੀਨ ਰਹਿਣਾ ਹੈ, 5 ਸਿੰਘਾਂ ਦੇ ਆਗਿਆ ਦੇ ਅਨੁਸਾਰ ਸਲਾਹ ਲੈ ਕਰਕੇ ਕਾਰਜ ਕਰਨੇ ਹਨ। ਔਰ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲੈ ਕਰਕੇ ਖਾਲਸੇ ਦਾ ਜਰਨੈਲ ਗੁਰੂ ਕਾ ਥਾਪਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਉਂਦੇ ਆ। ਮਹਾਰਾਜ ਸਾਹਿਬ ਜੀ ਮਾਝੇ ਮਾਲਵੇ ਦੁਆਬੇ ਦੇ ਸਿੰਘਾਂ ਨੂੰ ਹੁਕਮਨਾਮੇ ਭੇਜਦੇ ਆ ਕਿ ਬੰਦਾ ਸਿੰਘ ਬਹਾਦਰ ਦੇ ਨਾਲ ਮਿਲ ਕਰਕੇ ਜ਼ਾਲਮਾਂ ਨੂੰ ਸੋਧਾ ਲਾਓ। ਫਿਰ ਬਾਬਾ ਜੀ ਨੇ ਆ ਕਰਕੇ ਸਮਾਣੇ, ਸਢੌਰੇ, ਇਹਨਾਂ ਇਲਾਕਿਆਂ ਨੂੰ ਜ਼ਾਲਮਾਂ ਨੂੰ ਸੋਧਿਆ। ਸਰਹੰਦ ਦੇ ਸੂਬੇ ਵਜੀਦ ਖਾਨ ਨੂੰ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਮਾਰਿਆ ਤੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ। ਸਰਹੰਦ ਦੀਆਂ ਨੀਹਾਂ ਤੱਕ ਪੁੱਟ ਦਿੱਤੀਆਂ, ਕਿਉਂਕਿ ਕਲਗੀਧਰ ਪਾਤਸ਼ਾਹ ਦੇ ਬਚਨ ਪੂਰੇ ਕੀਤੇ। ਮਹਾਰਾਜ ਨੇ ਆਖਿਆ ਸੀ ਸਰਹੰਦ ਦੀ ਇਹ ਜ਼ੁਲਮ ਰਾਜ ਦੀ ਜੜ ਪੁੱਟੀ ਜਾਵੇ। ਔਰ ਖਾਲਸਾਈ ਨਿਸ਼ਾਨ ਝੁਲਾ ਦਿੱਤੇ, ਸਾਹਿਬਜ਼ਾਦਿਆਂ ਦੇ ਅਸਥਾਨ ਕਾਇਮ ਕੀਤੇ, ਸ੍ਰੀ ਫਤਿਹਗੜ੍ਹ ਸਾਹਿਬ ਦੀ ਰਚਨਾ ਕੀਤੀ, ਖਾਲਸਾ ਰਾਜ ਕਾਇਮ ਕਰਕੇ ਸਿੱਕਾ ਚਲਾਇਆ। ਦੇਗ ਤੇਗ ਫਤਿਹ ਨੁਸਰਤ ਬੇਦ ਰੰਗ ਜਾਪ ਤਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਏ। ਔਰ ਇਸੇ ਤਰ੍ਹਾਂ ਜ਼ਮੀਨਾਂ ਦੀ ਮਾਲਕੀ ਜ਼ਿਮੀਂਦਾਰਾਂ ਨੂੰ ਦਿੱਤੀ, ਮਾਲਕ ਬਣਾਇਆ ਜ਼ਿਮੀਂਦਾਰਾਂ ਨੂੰ। ਅਖੀਰ ਸਾਧ ਸੰਗਤ ਜੀ ਗੜੀ ਨੰਗਲ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਥੀਆਂ ਦੇ ਸਮੇਤ ਘੇਰਾ ਪੈਣਾ, ਮੁਗਲ ਫੌਜਾਂ ਨੇ ਘੇਰਾ ਪਾ ਲੈਣਾ। ਉੱਥੇ ਵੀ 8 ਮਹੀਨੇ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਲੜਦੇ ਰਹੇ। ਜਿਵੇਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਨਾ 8 ਮਹੀਨੇ ਤੱਕ, ਉਸੇ ਤਰ੍ਹਾਂ ਦਾ ਘੇਰਾ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ 8 ਮਹੀਨੇ ਤੱਕ ਪਿਆ ਰਿਹਾ। ਸਿੰਘ ਭੁੱਖੇ ਧਿਆਏ ਲੜਦੇ ਰਹੇ। ਅਖੀਰ ਧੋਖੇ ਧੜੀ ਦੇ ਨਾਲ ਸਿੰਘਾਂ ਨੂੰ ਗ੍ਰਿਫਤਾਰ ਕਰਨਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨਾ ਤੇ ਗੁਰਦਾਸਪੁਰ ਦੇ ਇਲਾਕੇ ਚੋਂ ਫਿਰ ਦਿੱਲੀ ਲੈ ਕੇ ਜਾਣਾ। 740 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਨਾਲ ਗ੍ਰਿਫਤਾਰ ਹੋਏ ਸਨ। ਫਿਰ ਜ਼ਾਲਮਾਂ ਨੇ ਖਿਆਲ ਕੀਤਾ ਵੀ 8 ਮਹੀਨੇ ਤੱਕ ਲੜਦੇ ਰਹੇ ਆ, ਫਰਖਸ਼ੀਅਰ ਬਾਦਸ਼ਾਹ ਨੇ ਕਹਿਣਾ ਵੀ ਇੰਨੇ ਕੀ ਸਿੰਘ ਗ੍ਰਿਫਤਾਰ ਕਰਕੇ ਲਿਆਏ। ਇਸ ਕਰਕੇ ਪੰਜਾਬ ਦੇ ਵਿੱਚ ਹੁਣ ਜਿਹੜੇ ਘਰਾਂ 'ਚ ਰਹਿੰਦੇ ਆ ਨਾ ਸਿੰਘ, ਗ੍ਰਸਤੀ ਪਰਿਵਾਰਾਂ ਵਾਲੇ, ਉਹਨਾਂ ਨੂੰ ਮਾਰਿਆ ਜਾਵੇ। ਫਿਰ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਪਿੰਡਾਂ ਦੇ ਪਿੰਡ ਇਹ ਜ਼ਾਲਮ ਫੌਜ ਨੇ ਸਿੰਘਾਂ ਨੂੰ ਉਸ ਵੇਲੇ ਕਤਲ ਕਰਨਾ ਸ਼ੁਰੂ ਕੀਤਾ ਤੇ 700 ਗੱਡਾ ਸਿੰਘਾਂ ਦੇ ਸਿਰਾਂ ਦਾ ਪਿੰਡਾਂ ਵਿੱਚੋਂ ਲੱਦਿਆ ਫੌਜ ਨੇ। 740 ਸਿੰਘ ਤਾਂ ਜਿਉਂਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਗ੍ਰਿਫਤਾਰ ਕੀਤੇ ਗਏ, 700 ਗੱਡਾ ਸਿੰਘਾਂ ਦੇ ਸਿਰਾਂ ਦਾ ਲੱਦਿਆ ਤੇ ਸਿੰਘਾਂ ਦੇ ਸਿਰ ਲਾ ਕਰਕੇ ਨੇਜਿਆਂ ਤੇ ਟੰਗੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਵਿੱਚ ਪਾ ਕੇ ਹਾਥੀ ਉੱਤੇ ਰੱਖ ਕਰਕੇ ਲੈ ਕੇ ਜਾ ਰਹੇ। ਬਾਕੀ ਸਾਰੇ 740 ਸਿੰਘ ਪਿੱਛੇ। ਪਰ ਕਹਿੰਦੇ ਐਸਾ ਦਬਦਬਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਕਿ ਸਿਪਾਹੀ ਫਿਰ ਵੀ ਡਰਦੇ ਹੋਏ ਨੇੜੇ ਨਹੀਂ ਸੀ ਜਾਂਦੇ ਬਾਬਾ ਜੀ ਦੇ, ਵੀ ਇਹ ਬਾਬੇ ਵਿੱਚ ਬੜੀ ਤਾਕਤ ਹੈ। ਐਸਾ ਨਾ ਹੋਵੇ ਪਿੰਜਰਾ ਲੈ ਕੇ ਉੱਡ ਜਾਂਦਾ ਹੋਵੇ। 4 ਚੁਫੇਰੇ ਬਾਬਾ ਜੀ ਦੀ ਐਸੀ ਧਾਂਕ ਪਈ ਹੋਈ ਸੀ, ਪਿੰਜਰੇ ਵਿੱਚ ਕੈਦ ਕੀਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨੇੜੇ ਸਿਪਾਹੀ ਫਿਰ ਵੀ ਨਹੀਂ ਸੀ ਬਾਹਰ ਖਲੋਂਦੇ। ਐਸਾ ਬਾਬਾ ਜੀ ਦਾ ਦਬਦਬਾ ਸੀ, ਐਸਾ ਤੇਜ ਪ੍ਰਤਾਪ ਸੀ। ਦਿੱਲੀ ਲੈ ਕੇ ਗਏ। ਫਿਰ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੇਰਿਆ ਗਿਆ, ਬਾਕੀ ਸਿੰਘਾਂ ਨੂੰ।
ਦਿੱਲੀ ਦੀਆਂ ਕੰਧਾਂ ਤੇ ਕਹਿੰਦੇ ਸਿੰਘਾਂ ਦੇ ਜਿਹੜੇ ਸਿਰ ਰੱਖ ਦਿੱਤੇ ਗਏ, ਜੋ ਪੰਜਾਬ ਦੇ ਵਿੱਚੋਂ ਇਹ ਜ਼ਾਲਮ ਫੌਜ ਲੈ ਕੇ ਗਈ। ਫਿਰ ਫਰਖਸ਼ੀਅਰ ਬਾਦਸ਼ਾਹ ਨੇ ਆਖਿਆ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਜੇ ਮੰਨ ਜਾਣ ਵੀ ਅਸੀਂ ਮੁਸਲਮਾਨ ਬਣ ਜਾਂਦੇ ਆ, ਫਿਰ ਉਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇ, ਨਹੀਂ ਤੇ 100 ਜਾਣੇ ਦੀ ਲਾਈਨ ਲਵਾ ਕੇ ਨਾ, ਕਤਾਰ ਲਵਾ ਕੇ, ਤੇ ਉਹਨਾਂ ਦੇ ਸਿਰ ਧੜ ਤੋਂ ਵੱਖਰੇ ਕਰ ਦਿੱਤੇ ਜਾਣ। 100 ਜਾਣੇ ਦੀ ਲਾਈਨ ਲਵਾ ਲੈਂਦੇ ਆ ਤੇ ਜਲਾਦ ਪੁੱਛਦੇ ਆ ਵੀ ਜੇ ਤੂੰ ਮੁਸਲਮਾਨ ਬਣਨ ਵਾਸਤੇ ਤਿਆਰ ਵਾਂ, ਕਲਮਾ ਪੜ੍ਹੇਗਾ, ਇਸਲਾਮ ਧਾਰਨ ਕਰ ਲਵੇਂਗਾ, ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ। ਪਰ ਸਿੰਘ ਇੱਕ ਵੀ ਨਹੀਂ ਮੰਨਿਆ। ਉਹ ਕਹਿੰਦੇ ਅਸੀਂ ਗੁਰੂ ਕੇ ਸਿੰਘ ਵਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਆ। ਤੇ ਕਹਿੰਦੇ ਆ ਇਤਿਹਾਸਕਾਰ ਵੀ ਜਲਾਦ ਨੂੰ ਮੁਕਤੀ ਦਾਤਾ ਕਹਿੰਦੇ ਸੀ ਕਿ ਤੂੰ ਤਾਂ ਸਾਨੂੰ ਮੁਕਤੀ ਦਾਤਾ ਦਿਸਦਾ ਕਿ ਸਾਡਾ ਛੇਤੀ ਛੇਤੀ ਸਿਰ ਵੱਢ ਤੇ ਸ਼ਹੀਦ ਕਰ ਸਾਨੂੰ। ਐਸੇ ਗੁਰੂ ਕੇ ਸਿੰਘ। ਤਾਂ ਉਹਨਾਂ ਸਾਰੇ ਸਿੰਘਾਂ ਨੂੰ ਫਿਰ ਇਸ ਤਰ੍ਹਾਂ 100 ਦੀ ਲਾਈਨ ਲਾ ਕਰਕੇ ਸ਼ਹੀਦ ਕੀਤਾ ਗਿਆ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬਾਬਾ ਜੀ ਦਾ 4 ਸਾਲ ਦਾ ਸਪੁੱਤਰ ਅਜੈ ਸਿੰਘ ਲਿਆਂਦਾ ਗਿਆ। ਬਾਬਾ ਜੀ ਨੂੰ ਛੁਰਾ ਫੜਾਇਆ ਵੀ ਕਾਲਜਾ ਚੀਰ ਕਰਕੇ ਆਪਣੇ ਪੁੱਤਰ ਦਾ ਦਿਲ ਕੱਢ। ਬਾਬਾ ਜੀ ਕਹਿੰਦੇ ਵੀ ਸਿੰਘ ਨਾ ਤੇ ਬੱਚੇ ਤੇ ਵਾਰ ਕਰਦਾ ਏ ਤੇ ਨਾ ਇਸਤਰੀ ਤੇ ਵਾਰ ਕਰਦਾ। ਇਹ ਤਾਂ ਮੇਰਾ ਆਪਣਾ ਹੈ, ਤੁਹਾਡਾ ਵੀ ਹੋਵੇ ਮੇਰੇ ਸਾਹਮਣੇ ਤੇ ਮੈਂ ਉਹਦੇ ਤੇ ਵੀ ਇਸ ਤਰ੍ਹਾਂ ਵਾਰ ਨਹੀਂ ਕਰਾਂਗਾ। ਇਸ ਤਰ੍ਹਾਂ ਦਾ ਜ਼ੁਲਮ ਕਰਨਾ ਇਹ ਤੁਹਾਡੇ ਹਿੱਸੇ ਆਇਆ, ਸਾਡੇ ਸਿੰਘਾਂ ਦੇ ਨਹੀਂ। ਫਿਰ ਉਹਨਾਂ ਨੇ ਆਪ ਬਾਬਾ ਜੀ ਦੇ ਸੁਪੁੱਤਰ ਨੂੰ ਕਤਲ ਕੀਤਾ। ਦਿਲ ਕੱਢ ਕੇ ਜ਼ਬਰਦਸਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਖ ਵਿੱਚ ਪਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਦੇ ਮਾਸ ਨੂੰ ਜਮੂਰਾਂ ਨਾਲ ਖਿੱਚ ਦਿੱਤਾ ਗਿਆ, ਨਹੁੰਆਂ ਨੂੰ ਖਿੱਚ ਦਿੱਤਾ ਗਿਆ। ਸੱਜੀ ਤੇ ਖੱਬੀ ਦੋਵੇਂ ਲੱਤਾਂ ਪੱਟਾਂ ਕੋਲੋਂ ਕੱਟ ਦਿੱਤੀਆਂ ਗਈਆਂ। ਅੱਖਾਂ ਦੇ ਵਿੱਚ ਸਲਾਈਆਂ ਫੇਰ ਦਿੱਤੀਆਂ ਗਈਆਂ। ਐਸੇ ਜ਼ਾਲਮਾਂ ਨੇ ਇਹ ਜ਼ੁਲਮ ਕਰਦਿਆਂ ਹੋਇਆਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਨੇਕਾਂ ਤਸੀਹੇ ਦਿੱਤੇ। ਸ਼ਹੀਦ ਕਰਨ ਤੋਂ ਪਹਿਲਾਂ ਫਰਖਸ਼ੀਅਰ ਨੇ ਪੁੱਛਿਆ ਸੀ ਬੰਦਾ ਸਿੰਘ ਨੂੰ ਕਿ ਬੰਦਾ ਸਿੰਘ ਤੂੰ ਕਿਹੋ ਜਿਹੀ ਮੌਤ ਮਰਨਾ ਚਾਹੁੰਦਾ ਹੈ? ਤੇ ਬਾਬਾ ਜੀ ਨੇ ਬਿਨਾਂ ਕਿਸੇ ਡਰ ਤੋਂ ਭੈ ਤੋਂ ਚੜ੍ਹਦੀ ਕਲਾ ਵਿੱਚ ਉਤਰ ਦਿੱਤਾ ਸੀ। ਕਹਿਣ ਲੱਗੇ ਫਰਖਸ਼ੀਅਰ ਜਿਸ ਤਰ੍ਹਾਂ ਦੀ ਮੌਤ ਤੈਨੂੰ ਚੰਗੀ ਲੱਗਦੀ, ਜਿਹੜੀ ਮੌਤ ਤੂੰ ਮਰਨਾ ਚਾਹੁੰਦਾ ਉਸੇ ਮੌਤ ਮੈਨੂੰ ਮਾਰ। ਤੇ ਬਾਬਾ ਬੰਦਾ ਸਿੰਘ ਬਹਾਦਰ ਉਹ ਚੜ੍ਹਦੀ ਕਲਾ ਵਿੱਚ ਰਹਿ ਕੇ ਫਿਰ ਇਹ ਵੀ ਆਖਿਆ, ਕਹਿੰਦੇ ਜਦੋਂ ਜਮੂਰਾਂ ਨਾਲ ਮਾਸ ਖਿੱਚਿਆ ਗਿਆ, ਅੱਖਾਂ ਵਿੱਚ ਸਲਾਈਆਂ ਫੇਰ ਦਿੱਤੀਆਂ ਗਈਆਂ, ਫਰਖਸ਼ੀਅਰ ਪਾਸ ਖਲੋਤਾ ਹੋਇਆ ਕਹਿੰਦਾ ਹੈ ਕਿ ਬੰਦਾ ਸਿੰਘਾ ਤੈਨੂੰ ਸਾਰੇ ਬਹਾਦਰ ਕਹਿੰਦੇ ਆ, ਤੂੰ ਬੜਾ ਬਹਾਦਰ ਆ, ਤੇ ਦੱਸ ਹੁਣ ਤੈਨੂੰ ਕਿਸ ਤਰ੍ਹਾਂ ਦਾ ਪ੍ਰਤੀਤ ਹੋ ਰਿਹਾ, ਕਿ ਕਿਵੇਂ ਦਾ ਲੱਗਦਾ ਹੈ ਤੈਨੂੰ, ਵੀ ਕਿੰਨਾ ਕੁ ਦੁੱਖ ਹੋ ਰਿਹਾ ਜਦੋਂ 9 ਪੁੱਟ ਦਿੱਤੇ ਗਏ, ਅੱਖਾਂ 'ਚ ਸਲਾਈਆਂ ਮਾਰੀਆਂ ਗਈਆਂ, ਤੱਤੀਆਂ ਸਲਾਈਆਂ, ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ। ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਇਹ ਬਚਨ ਆਖਿਆ ਵੀ ਜਿਵੇਂ ਕੋਈ ਕੋਠੇ ਦੇ ਵਿੱਚ ਬੈਠਾ ਹੋਵੇ ਤੇ ਕੋਈ ਕੋਠੇ ਨੂੰ ਬਾਹਰੋਂ ਕੁੱਟੀ ਜਾਵੇ, ਮਾਰੀ ਜਾਵੇ, ਅੰਦਰ ਬੈਠੇ ਹੋਏ ਨੂੰ ਕੀ ਹੁੰਦਾ ਹੈ? ਬਾਹਰੋਂ ਕੋਠੇ ਨੂੰ ਕੋਈ ਕੁੱਟੀ ਜਾਵੇ, ਕਮਰੇ ਨੂੰ ਕੁੱਟੀ ਜਾਵੇ। ਕਹਿੰਦੇ ਆ ਸਰੀਰ ਤੇ ਮੇਰਾ ਕੋਠਾ ਵਾ, ਮੈਂ ਸਰੀਰ ਥੋੜ੍ਹਾ, ਮੈਂ ਸਰੀਰ ਨਾਲੋਂ ਵੱਖਰਾ। ਇਹ ਗੁਰੂ ਕੀ ਕਿਰਪਾ ਦੇ ਨਾਲ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋਈ, ਆਤਮਿਕ ਅਵਸਥਾ, ਜਿਹਦਾ ਜ਼ਿਕਰ ਮਹਾਰਾਜ ਨੇ ਬਾਣੀ 'ਚ ਕੀਤਾ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਇਲਾਹੀ ਖਜ਼ਾਨੇ ਦੇ ਚਮਕਦੇ ਹੋਏ ਹੀਰੇ ਬਾਬਾ ਬੰਦਾ ਸਿੰਘ ਜੀ ਬਹਾਦਰ
ਉਹ ਮਹਾਨ ਸੂਰਬੀਰ ਯੋਧੇ 46 ਸਾਲ ਦੀ ਉਮਰ ਦੇ ਵਿੱਚ ਅੱਜ ਦੇ ਦਿਨ ਬਾਬਾ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਮੂਹ ਸਾਥੀ ਸਿੰਘਾਂ ਨੂੰ ਰੋਮ ਰੋਮ ਕਰਕੇ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਹੈ। ਤੇ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀਆਂ ਇਹ ਪਵਿੱਤਰ ਪੰਕਤੀਆਂ ਪੜ੍ਹ ਕੇ ਆਪਾਂ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰੀਏ। ਫਿਰ ਸਾਧ ਸੰਗਤ ਜੀ ਲੜੀਵਾਰ ਇਤਿਹਾਸ ਦੇ ਨਾਲ ਜੁੜਾਂਗੇ। ਸੂਰਾ ਸੋ ਪਹਿਚਾਨੀ ਐ, ਸੂਰਾ ਸੋ ਪਹਿਚਾਨੀ ਐ, ਜੋ लड़ै दीन के हेत, जो लड़ै दीन के हेत, पुरजा पुरजा कट मरै, पुरजा पुरजा कट मरै, कबहू ना छाड़ै खेत, कबहू ना छाड़ै खेत, ਲੜੀਵਾਰ ਰੂਪ ਵਿੱਚ ਸਾਧ ਸੰਗਤ ਜੀ ਆਪਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਹਿਲੇ ਅਧਿਆਏ ਦੀ ਵਿਚਾਰ ਕਰ ਰਹੇ ਹਾਂ, ਜਿਸ ਵਿੱਚ ਮੰਗਲ ਕੀਤੇ ਹਨ। ਔਰ 47ਵਾਂ ਮੰਗਲ ਜਿਸ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਨਾਮ ਜਪਣ ਵਾਲਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਨਾਮ ਜਪਿਆ ਚੌਹਾਂ ਯੁੱਗਾਂ ਦੇ ਵਿੱਚ, ਭਾਵੇਂ ਸਤਯੁਗ ਵਿੱਚ ਹੋਏ, ਤ੍ਰੇਤੇ ਯੁੱਗ ਵਿੱਚ ਹੋਏ, ਦੁਆਪਰ ਯੁੱਗ ਵਿੱਚ ਹੋਏ, ਕਲਯੁੱਗ ਵਿੱਚ ਹੋਏ, ਪ੍ਰਭੂ ਦੇ ਪਿਆਰੇ ਭਗਤ ਸੰਤ ਰਿਸ਼ੀ ਮੁਨੀ ਉਹਨਾਂ ਦਾ ਜ਼ਿਕਰ ਕੀਤਾ, ਜਿਹਦੇ ਵਿੱਚੋਂ ਸਾਧ ਸੰਗਤ ਜੀ ਆਪਾਂ ਭਗਤ ਪ੍ਰਹਿਲਾਦ ਜੀ, ਇਸੇ ਤਰ੍ਹਾਂ ਆਦਿ ਕਵੀ ਵਾਲਮੀਕ ਜੀ, ਭਗਤ ਤ੍ਰਿਲੋਚਨ ਜੀ, ਨਾਰਦ ਜੀ, ਧਰੂ ਜੀ, ਸਨਕਾਦਿਕ ਬ੍ਰਹਮਾ ਦੇ ਚਾਰੇ ਪੁੱਤਰ ਭਗਤ ਜੈਦੇਵ ਜੀ, ਭਗਤ ਸਦਨਾ ਜੀ, ਅੰਬਰੀਕ ਰਾਜਾ, ਭਗਤ ਕਬੀਰ, ਪਰੂਰਵ ਰਾਜਾ, ਅੰਗਰੇ ਰਿਖੀ, ਭਗਤ ਨਾਮਦੇਵ ਜੀ, ਇੱਥੋਂ ਤੱਕ ਵਿਚਾਰ ਪਿਛਲੇ ਦਿਨਾਂ ਵਿੱਚ ਕੀਤੀ ਹੈ। ਤੋ ਅੱਗੇ ਜਿਵੇਂ ਜ਼ਿਕਰ ਆ ਰਿਹਾ ਹੈ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ, ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਗਤ ਨਾਮਦੇਵ ਜੀ ਤੱਕ ਵਿਚਾਰ ਪਿਛੇ ਹੋ ਚੁੱਕੀ ਹੈ। ਅੱਗੇ ਕਵੀ ਜੀ ਨੇ ਜ਼ਿਕਰ ਕੀਤਾ ਵਿਭੀਖਣ, ਕਿ ਤ੍ਰੇਤੇ ਯੁੱਗ ਦੇ ਵਿੱਚ ਵਿਭੀਖਣ ਨੇ ਵੀ ਨਾਮ ਜਪਿਆ। ਇਹ ਰਾਵਣ ਦਾ ਛੋਟਾ ਭਰਾ ਸੀ, ਜਿਸ ਨੂੰ ਵਿਭੀਖਣ ਆਖਿਆ, ਔਰ ਇਸ ਨੇ ਵੀ ਨਾਮ ਜਪਿਆ। ਔਰ ਜਿਸ ਵੇਲੇ ਸ੍ਰੀ ਰਾਮਚੰਦਰ ਜੀ ਉਹ ਗਏ ਸਨ ਲੰਕਾ ਦੇ ਵਿੱਚ ਰਾਵਣ ਨੂੰ ਮਾਰਨ ਵਾਸਤੇ, ਸੀਤਾ ਨੂੰ ਲਿਆਉਣ ਵਾਸਤੇ, ਤਾਂ ਉਸ ਵੇਲੇ ਭੇਦ ਵੀ ਇਸ ਵਿਭੀਖਣ ਨੇ ਹੀ ਦਿੱਤਾ ਸੀ। ਵਿਭੀਖਣ ਨੇ ਹੀ ਦੱਸਿਆ ਸੀ ਮੌਕੇ ਦੇ ਅਵਤਾਰ ਸ੍ਰੀ ਰਾਮ ਜੀ ਨੂੰ ਕਿ ਰਾਵਣ ਨੇ ਇਸ ਤਰ੍ਹਾਂ ਨਹੀਂ ਮਰਨਾ, ਜਿੰਨੇ ਮਰਜ਼ੀ ਤੀਰ ਮਾਰ ਲਓ, ਜਦੋਂ ਇਹਦੀ ਨਾਭੀ ਦੇ ਵਿੱਚ ਤੀਰ ਮਾਰੋਗੇ ਤਾਂ ਫਿਰ ਇਹ ਮਰੇਗਾ। ਫਿਰ ਨਾਭੀ ਦੇ ਵਿੱਚ ਤੀਰ ਮਾਰਿਆ ਸੀ ਤਾਂ ਫਿਰ ਰਾਵਣ ਮਰਿਆ ਸੀ। ਤਾਂ ਇਹ ਵਿਭੀਖਣ ਇਸ ਨੇ ਵੀ ਕਹਿੰਦੇ ਵੀ ਨਾਮ ਜਪਿਆ, ਔਰ ਇਹ ਸ੍ਰੀ ਰਾਮ ਨੂੰ ਆ ਕਰਕੇ ਜਿਸ ਵੇਲੇ ਮਿਲਿਆ ਸੀ, ਇਹਦੇ ਮਨ ਵਿੱਚ ਪਹਿਲਾਂ ਖਿਆਲ ਸੀ ਕਿ ਇਹ ਲੰਕਾ ਦਾ ਰਾਜ ਮੈਨੂੰ ਮਿਲ ਜਾਵੇ। ਫਿਰ ਜਦੋਂ ਆ ਕੇ ਨਮਸਕਾਰ ਕੀਤੀ ਤੇ ਸ੍ਰੀ ਰਾਮ ਜੀ ਨੇ ਆਖਿਆ, ਆਓ ਲੰਕੇਸ਼,
ਲੰਕੇਸ਼ ਦਾ ਭਾਵ ਹੈ ਵੀ ਲੰਕਾ ਦੇਸ਼, ਲੰਕਾ ਦੇਸ਼ ਵੀ ਲੰਕਾ ਦੇ ਰਾਜੇ। ਇਹਨੇ ਆਖਿਆ ਜੀ ਆਪ ਜੀ ਦਾ ਦਰਸ਼ਨ ਕਰਕੇ ਮੇਰੇ ਮਨ ਵਿੱਚੋਂ ਇੱਛਾ ਹੀ ਮੁੱਕ ਗਈ ਹੈ ਲੰਕਾ ਦੇ ਰਾਜ ਦੀ। ਆਖਿਆ ਵੀ ਇੱਛਾ ਤੇਰੇ ਪਹਿਲਾਂ ਸੀ ਮਨ ਵਿੱਚ, ਇਹ ਹੁਣ ਲੰਕਾ ਦਾ ਰਾਜ ਤੈਨੂੰ ਹੀ ਦੇਵਾਂਗੇ। ਰਾਵਣ ਦੇ ਮਾਰਨ ਤੋਂ ਬਾਅਦ ਲੰਕਾ ਦਾ ਰਾਜ ਜਿਹੜਾ ਸੀ ਉਹ ਵਿਭੀਖਣ ਨੂੰ ਦਿੱਤਾ। ਤਾਂ ਉਹ ਵਿਭੀਖਣ ਵੀ ਨਾਮ ਜਪ ਕਰਕੇ ਫਿਰ ਇਹ ਚਿਰੰਜੀਵੀ ਹੋਇਆ। ਇਸੇ ਗ੍ਰੰਥ ਦੇ ਵਿੱਚ ਅੱਗੇ ਜਾ ਕੇ ਜ਼ਿਕਰ ਆਵੇਗਾ ਇਹ ਚਿਰਜੀਵੀ ਹੋਇਆ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਲੰਕਾ ਵਿੱਚ ਗਏ। ਉਸ ਮੌਕੇ ਦੇ ਉੱਤੇ ਵੀ ਇਹ ਵਿਭੀਖਣ ਸਤਿਗੁਰੂ ਜੀ ਨੂੰ ਮਿਲਦਾ, ਮਹਾਰਾਜ ਸਾਹਿਬ ਜੀ ਦੇ ਦਰਸ਼ਨ ਹੁੰਦੇ ਅਸੀਂ। ਤਾਂ ਜੋ ਮਹਾਰਾਜ ਸਾਹਿਬ ਜੀ ਨੇ ਗੁਰਮੁਖ ਦਾ ਜ਼ਿਕਰ ਕਰਦੇ ਆ ਸਿੱਧ ਗੋਸ਼ਟ ਬਾਣੀ ਦੇ ਵਿੱਚ ਸਿੱਧਾਂ ਨੂੰ ਉਪਦੇਸ਼ ਦਿੱਤਾ, ਉਹਦੇ ਵਿੱਚ ਵੀ ਇਹ ਜ਼ਿਕਰ ਆਇਆ ਭੇਦ ਵਿਭੀਖਣ ਗੁਰਮੁਖ ਪ੍ਰਚਾਇਨ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਦੇ ਕਰਕੇ ਨਿਹਾਲ ਕੀਤਾ। ਤਾਂ ਕਹਿੰਦੇ ਵੀ ਵਿਭੀਖਣ ਜੇ ਮਹਾਨ ਹੋਇਆ ਹੈ ਤਾਂ ਉਹ ਵੀ ਨਾਮ ਜਪ ਕਰਕੇ ਹੀ ਮਹਾਨ ਹੋਇਆ, ਵੀ ਇਹ ਤ੍ਰੇਤੇ ਯੁੱਗ ਵਿੱਚ ਵੀ ਨਾਮ ਜਪਣ ਵਾਲੇ ਹੋਏ। ਇਸੇ ਤਰ੍ਹਾਂ ਅੱਗੇ ਕਹਿੰਦੇ ਆ ਕੁੰਭਜ ਮੰਨਾ। ਕੁੰਭਜ, ਕੁੰਭ ਨਾਮ ਹੈ ਘੜੇ ਦਾ, ਜਾਂ ਨਾਮ ਹੈ ਪੈਦਾ ਹੋਣ ਦਾ। ਅਗਸਤ ਮੁਨੀ, ਕੁੰਭਜ ਦਾ ਅਰਥ ਹੈ ਅਗਸਤ ਮੁਨੀ, ਜਿਸ ਦੀ ਪੈਦਾਇਸ਼ ਉਹ ਕੁੰਭ ਤੋਂ ਹੈ। ਤੇ ਅਗਸਤ ਮੁਨੀ ਦਾ ਐਸਾ ਜ਼ਿਕਰ ਹੈ ਕਿਉਂਕਿ ਪਰਮੇਸ਼ਰ ਦੀ ਕੁਦਰਤ ਬੇਅੰਤ ਹੈ। ਸੁਭਾਨ ਤੇਰੀ ਕੁਦਰਤ, ਕੋਈ ਅੰਤ ਨਹੀਂ ਹੈ। ਕੁਦਰਤ ਕਵਣ ਕਹਾ ਵਿਚਾਰ, ਕਰਤਾਰ ਦੀ ਕੁਦਰਤ ਕਿੱਡੀ ਵੱਡੀ, ਇਹਦੇ ਚ ਕਿੱਡੇ ਵੱਡੇ ਵੱਡੇ ਪੈਦਾ ਕੀਤੇ ਆ, ਕੋਈ ਉਹਨਾਂ ਦਾ ਅੰਤ ਨਹੀਂ ਹੈ, ਕੋਈ ਸਿਖਰ ਨਹੀਂ ਹੈ। ਇਹ ਅਗਸਤ ਮੁਨੀ ਜਦੋਂ ਰਿਖੀ ਇਸੇ ਤਰ੍ਹਾਂ ਸੇਵਾ ਦੇ ਵਿੱਚ ਹਾਜ਼ਰ ਹੋਏ, ਜੱਗ ਕਰ ਰਹੇ ਸੀ ਰਿਖੀ, ਤਾਂ ਸਾਰੇ ਦੇਵਤਿਆਂ ਨੂੰ ਉਸ ਵੇਲੇ ਬੁਲਾਇਆ ਗਿਆ। ਤਾਂ ਜ਼ਿਕਰ ਹੈ ਕਿ ਉਸ ਵੇਲੇ ਵਰਨ ਦੇਵਤੇ ਨੂੰ ਵੀ ਸੱਦਿਆ, ਇਹ ਰਿਖੀਆਂ ਦੇ ਜੱਗ ਦੇ ਵਿੱਚ ਸੇਵਾ ਵਿੱਚ ਲੱਗੋ। ਤਾਂ ਇਸ ਨੇ ਨਾ ਕੀਤੀ। ਜੋ ਇੱਕ ਖਵਾਜਾ ਦੇਵਤਾ ਜਿਹਨੂੰ ਜਲ ਦਾ ਦੇਵਤਾ ਕਿਹਾ ਜਾਂਦਾ, ਵੀ ਨਾ ਸੇਵਾ ਦੇ ਵਿੱਚ ਹਾਜ਼ਰ ਹੋਇਆ ਰਿਖੀਆਂ ਦੇ। ਤਾਂ ਹੋਰ ਵੀ ਇਸ ਨੇ ਨਰਾਦਰ ਦੇ ਬੋਲ ਕਹੇ ਵੀ ਤੁਸੀਂ ਨੰਗ ਮਲੰਗ ਜੇ, ਤੁਸੀਂ ਸਾਡੇ ਉੱਤੇ ਆਪਣੀ ਆਗਿਆ ਚਲਾਉਂਦੇ ਹੋ, ਅਸੀਂ ਇੰਨੇ ਵੱਡੇ ਮਹਾਨ ਦੇਵਤੇ ਆ। ਫਿਰ ਕਹਿੰਦੇ ਵੀ ਇਹ ਕੁੰਭਜ ਨੂੰ ਜਿਹੜਾ ਹੈ ਨਾ ਅਗਸਤ ਮੁਨੀ, ਇਸ ਨੂੰ ਗੁੱਸਾ ਜਿਹਾ ਆ ਗਿਆ, ਥੋੜਾ ਜਿਹਾ ਗੁੱਸਾ। ਉਹਨੇ ਕਿਹਾ ਵੀ ਤੂੰ ਇਸ ਤਰ੍ਹਾਂ ਨਾ ਵਾ ਰਿਖੀਆਂ ਨੂੰ। ਤਾਂ ਫਿਰ ਸਮੁੰਦਰ ਦੇ ਪਾਸ ਖਲੋ ਕੇ ਤਾਂ 2.5 ਚੁਲੀਆਂ ਦੇ ਵਿੱਚ ਕਹਿੰਦੇ ਫਿਰ ਇਹਨੇ ਏਡਾ ਵੱਡਾ ਆਪਣੇ ਸਰੀਰ ਦਾ ਆਕਾਰ ਬਣਾਇਆ ਤੇ 2.5 ਚੁਲੀਆਂ ਦੇ ਵਿੱਚ ਸਾਰਾ ਸਮੁੰਦਰ ਪੀ ਗਿਆ। 2.5 ਚੁਲੀਆਂ ਦੇ ਵਿੱਚ ਸਾਰਾ ਪੀ ਕੇ ਸਮਾਪਤ ਕਰ ਦਿੱਤਾ। ਫਿਰ ਬਾਕੀ ਦੇਵਤਿਆਂ ਨੇ ਬੇਨਤੀਆਂ ਕੀਤੀਆਂ ਵੀ ਜੀ ਜੰਤ ਜਿੰਨੇ ਸਮੁੰਦਰ ਵਿੱਚ ਸਭ ਸਮਾਪਤ ਹੋ ਜਾਣਗੇ, ਰਿਖੀ ਜੀ ਕਿਰਪਾ ਕਰੋ ਇਹ ਸਮੁੰਦਰ ਵਾਪਸ ਕਰ ਦਿਓ। ਹੁਣ ਕਹਿੰਦਾ ਹੁਣ ਇਸ ਤਰ੍ਹਾਂ ਤਾਂ ਨਹੀਂ ਵਾਪਸ ਹੋਊਗਾ, ਹੁਣ ਤੇ ਲਘੂ ਸ਼ੰਕਾ ਰਾਹੀਂ ਵਾਪਸ ਹੋਊਗਾ। ਫਿਰ ਕਹਿੰਦੇ ਵੀ ਇਹਨੇ ਉਹ ਕਿਰਿਆ ਕੀਤੀ ਵੀ ਜਿਸ ਕਰਕੇ ਫਿਰ ਉਹ ਖਾਰਾ ਹੋ ਗਿਆ ਸਮੁੰਦਰ। ਤਾਂ ਕਰਕੇ ਵੀ ਐਸੇ ਇੰਨਾ ਵੱਡਾ, ਇੰਨਾ ਪ੍ਰਤਾਪ, ਇੰਨਾ ਸ਼ਕਤੀਸ਼ਾਲੀ ਇਹ ਅਗਸਤ ਮੁਨੀ ਹੋ ਗਿਆ। ਭਾਈ ਸੰਤੋਖ ਸਿੰਘ ਜੀ ਉਹਨਾਂ ਦਾ ਨਾਂ ਲੈ ਰਹੇ ਆ ਇੱਥੇ। ਇੰਨੀ ਤਾਕਤ ਕਿਵੇਂ ਪ੍ਰਾਪਤ ਹੋ ਗਈ ਅਗਸਤ ਮੁਨੀ ਨੂੰ? ਇਹ ਨਾਮ ਦੀ ਮਹਿਮਾ ਵਾ, ਨਾਮ ਜਪ ਕਰਕੇ ਹੀ ਇੰਨੀ ਤਾਕਤ ਪ੍ਰਾਪਤ ਹੋ ਗਈ ਕਿ 2.5 ਚੁਲੀਆਂ ਵਿੱਚ ਸਮੁੰਦਰ ਪੀ ਗਿਆ ਸੀ ਸਾਰਾ।
ਇਹ ਨਾਮ ਦੀ ਮਹਿਮਾ ਦੱਸ ਰਹੇ ਇਹਦੇ ਵਿੱਚ ਵੀ ਜਿਨ੍ਹਾਂ ਜਿਨ੍ਹਾਂ ਨਾਮ ਜਪਿਆ। ਕਹਿੰਦੇ ਕੁੰਭਜ ਮੰਨਾ, ਵੀ ਉਹ ਕੁੰਭਜ ਨੇ ਵੀ, ਅਗਸਤ ਮੁਨੀ ਨੇ ਵੀ ਨਾਮ ਨੂੰ ਹੀ ਮੰਨਿਆ, ਭੀਖਣ ਨੇ ਵੀ ਨਾਮ ਨੂੰ ਮੰਨਿਆ, ਭਗਤ ਨਾਮਦੇਵ ਜੀ ਨੇ ਵੀ ਨਾਮ ਨੂੰ ਮੰਨਿਆ, ਅੰਗਰੇ ਰਿਖੀ ਨੇ, ਪੂਰਵ ਰਾਜੇ ਨੇ, ਭਗਤ ਕਬੀਰ ਸਾਹਿਬ ਜੀ ਨੇ, ਰਾਜੇ ਅੰਬਰੀਕ ਨੇ, ਭਗਤ ਸਦਨਾ ਜੀ ਨੇ, ਭਗਤ ਜੈਦੇਵ ਜੀ ਨੇ, ਬ੍ਰਹਮਾ ਦੇ ਚਾਰੇ ਪੁੱਤਰਾਂ ਸਨਕਾਦਿਕਾਂ ਨੇ, ਭਗਤ ਧਰੂ ਜੀ ਨੇ, ਨਾਰਦ ਨੇ, ਭਗਤ ਤਰਲੋਚਨ ਨੇ, ਵਾਲਮੀਕ ਜੀ ਨੇ, ਭਗਤ ਪ੍ਰਹਿਲਾਦ ਨੇ। ਇਹਨਾਂ ਸਾਰਿਆਂ ਨੇ ਨਾਮ ਦੇ ਮਹਾਤਮ ਨੂੰ ਜਾਣਿਆ, ਨਾਮ ਜਪਿਆ, ਤਾਂ ਇੰਨੇ ਇੰਨੇ ਮਹਾਨ ਹੋ ਗਏ। ਫਿਰ ਅੱਗੇ ਜ਼ਿਕਰ ਕਰਦੇ ਆ ਭਗਤ ਰਵਿਦਾਸ ਜੀ ਦਾ, ਕਿ ਭਗਤ ਰਵਿਦਾਸ ਸਾਹਿਬ ਜੀ ਉਹਨਾਂ ਨੇ ਵੀ ਨਾਮ ਨੂੰ ਹੀ, ਨਾਮ ਦੇ ਮਹਾਤਮ ਨੂੰ ਜਾਣਿਆ, ਨਾਮ ਜਪਿਆ, ਤਾਂ ਉਹ ਚੌਹਾਂ ਚੱਕਾਂ ਦੇ ਵਿੱਚ ਪ੍ਰਸਿੱਧ ਹੋ ਗਏ। ਸਾਰੇ ਜੱਗ ਦੇ ਵਿੱਚ ਪ੍ਰਸਿੱਧ ਵਾ ਭਗਤ ਰਵਿਦਾਸ ਸਾਹਿਬ ਜੀ। ਕਾਂਸ਼ੀ ਦੇ ਵਿੱਚ ਇੱਕ ਛੋਟੇ ਜਿਹੇ ਘਰ ਵਿੱਚ ਪ੍ਰਗਟ ਹੋਏ ਸੀ ਭਗਤ ਰਵਿਦਾਸ ਸਾਹਿਬ। ਜਿਹੜਾ ਪਰਿਵਾਰ ਮਰੇ ਪਸ਼ੂ ਢੋਂਦਾ ਹੁੰਦਾ ਸੀ ਤੇ ਮਰੇ ਪਸ਼ੂਆਂ ਦੀ ਖੱਲ ਲਾਉਣ ਵਾਲਾ ਸੀ, ਚੰਮ ਦਾ ਕਿੱਤਾ ਕਰਨ ਵਾਲਾ ਜੋ ਪਰਿਵਾਰ ਸੀ, ਉਸ ਚਮਿਆਰ, ਕਿਉਂਕਿ ਕੰਮਾਂ ਕਰਕੇ ਹੀ ਜਾਤੀ ਬਰਾਦਰੀ ਬਣੀ। ਜਿਹੜਾ ਕਿਰਸਾਨੀ ਕਰਦਾ ਉਹਨੂੰ ਕਿਰਸਾਨ ਕਹਿ ਦਿੱਤਾ, ਜਿਹੜਾ ਡਰਾਈਵਰੀ ਕਰ ਦਿੱਤਾ ਉਹਨੂੰ ਡਰਾਈਵਰ ਕਹਿ ਦਿੱਤਾ, ਜਿਹੜਾ ਤਰ ਨਾਮ ਦਰਖਤ ਦਾ ਲੱਕੜ ਦਾ ਕਿੱਤਾ ਕਰਦਾ ਉਹਨੂੰ ਤਰਖਾਣ ਕਹਿ ਦਿੱਤਾ, ਜਿਸ ਨੇ ਲੋਹੇ ਦਾ ਕੰਮ ਕੀਤਾ ਉਹਨੂੰ ਲੁਹਾਰ ਕਹਿ ਦਿੱਤਾ, ਤੇ ਜਿਸ ਨੇ ਚੰਮ ਦਾ ਕਿੱਤਾ ਕੀਤਾ, ਚੰਮ ਦੇ ਨਾਲ ਜਿਹਦਾ ਸੰਬੰਧ ਵਾ, ਉਹਨੂੰ ਚਮਿਆਰ ਕਹਿ ਦਿੱਤਾ। ਕੰਮਾਂ ਤੋਂ ਜਾਤੀਆਂ ਬਣੀਆਂ। ਚਮਿਆਰ ਬਰਾਦਰੀ ਦੇ ਵਿੱਚ ਭਗਤ ਰਵਿਦਾਸ ਸਾਹਿਬ ਜੀ ਪੈਦਾ ਹੋਏ। ਉਹਨਾਂ ਨੇ ਦੱਸਿਆ ਵੀ ਮੇਰੇ ਕੁਲ ਦੇ, ਮੇਰੇ ਪਰਿਵਾਰ ਦੇ ਹੁਣ ਵੀ ਆਲੇ ਦੁਆਲੇ ਕਾਂਸ਼ੀ ਦੇ ਮਰੇ ਪਸ਼ੂ ਢੋਂਦੇ ਆ, ਤੇ ਭਗਤ ਜੀ ਵੀ ਮਰੇ ਪਸ਼ੂ ਢੋਂਦੇ ਰਹੇ। ਮਰੇ ਪਸ਼ੂਆਂ ਦਾ ਚੰਮ ਲਾ ਕੇ ਚੰਮ ਦੀਆਂ ਜੁੱਤੀਆਂ ਬਣਾਉਂਦੇ ਰਹੇ ਭਗਤ ਰਵਿਦਾਸ ਸਾਹਿਬ ਜੀ, ਕਿਉਂਕਿ ਉਹਨਾਂ ਦੀ ਇਹ ਧਰਮ ਦੀ ਕਿਰਤ ਸੀ, ਤੇ ਕਿਰਤ ਕੋਈ ਵੀ ਵੱਡੀ ਛੋਟੀ ਨਹੀਂ ਹੁੰਦੀ। ਕਿਰਤ ਜਿਹੜੀ ਹੈ ਉਹ ਜੁੱਤੀਆਂ ਗੰਢਦੇ ਸੀ। ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਕਿ ਭਗਤ ਰਵਿਦਾਸ ਸਾਹਿਬ ਜੀ ਉਹ ਮਰੇ ਪਸ਼ੂ ਢੋਣ ਵਾਲੇ, ਉਹਨਾਂ ਨੇ ਮਾਇਆ ਤਿਆਗੀ, ਪ੍ਰਭੂ ਦਾ ਸਿਮਰਨ ਕੀਤਾ ਤੇ ਵਾਹਿਗੁਰੂ ਦਾ ਦਰਸ਼ਨ ਪ੍ਰਾਪਤ ਕਰ ਲਿਆ। ਇਹ ਨਾਮ ਦੀ ਮਹਿਮਾ ਹੈ, ਨਾਮ ਦੀ ਮਹਿਮਾ। ਇੰਨੇ ਮਹਾਨ ਹੋ ਗਏ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਕਿ ਜੋੜੇ ਗੰਢਣ ਵਾਲਾ ਭਗਤ ਚੌਹਾਂ ਚੱਕਾਂ ਵਿੱਚ ਭਗਤ ਭਗਤ ਕਰਕੇ ਪ੍ਰਗਟ ਹੋ ਗਿਆ। ਰਵਿਦਾਸ ਟੋਵੰਤਾ ਢੋਰ ਨੀਤ, ਰਵਿਦਾਸ ਟੋਵੰਤਾ ਢੋਰ ਨੀਤ, ਰਵਿਦਾਸ ਟੋਵੰਤਾ ਢੋਰ ਨੀਤ, ਰਵਿਦਾਸ ਟੋਵੰਤਾ ਢੋਰ ਨੀਤ। ਤਿੰਨ ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ, ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ, ਪ੍ਰਗਟ ਹੋਆ ਸਾਧ ਸੰਗ, ਪ੍ਰਗਟ ਹੋਆ ਸਾਧ ਸੰਗ, ਪ੍ਰਗਟ ਹੋਆ ਸਾਧ ਸੰਗ। ਹਰ ਦਰਸ਼ਨ ਪਾਇਆ, ਹਰ ਦਰਸ਼ਨ ਪਾਇਆ, ਹਰ ਦਰਸ਼ਨ ਪਾਇਆ, ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਸਾਹਿਬ ਜੀ ਦਾ ਜੀਵਨ ਬੜਾ ਮਹਾਨ। ਭਗਤ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਗਿਣਤੀ ਵਿੱਚ 40 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਅੰਦਰ ਅੰਕਿਤ ਹਨ। 15 ਭਗਤਾਂ ਦੇ ਵਿੱਚ ਗਿਣਤੀ ਹੈ ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ। ਭਗਤ ਭਗਤ ਜਗ ਵੱਜਿਆ, ਚੌਹਾਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੈ ਰਾਹ ਵਿੱਚ ਕੁਲਾ, ਧਰਮ ਢੋਏ ਢੋਰ ਸਮੇਟਾ। ਜਿਉਂ ਕਰ ਮੈਲੇ ਚੀਥੜੇ, ਹੀਰਾ ਲਾ ਲਿਆ ਮੋਲ ਪਲੇਟਾ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਮੈਲੇ ਜੇ ਕੱਪੜਿਆਂ ਦੇ ਵਿੱਚ ਅਮੋਲ ਹੀਰਾ ਲਪੇਟ ਕੇ ਰੱਖਿਆ ਹੋਵੇ ਨਾ,
ਤੇ ਮੈਲੇ ਕੱਪੜੇ ਦੇ ਵਿੱਚ ਹੀਰਾ ਲਪੇਟ ਕੇ ਰੱਖਣ ਨਾਲ ਹੀਰੇ ਦੀ ਕੀਮਤ ਨਹੀਂ ਘਟਦੀ। ਹੀਰਾ ਹੀਰਾ ਹੀ ਰਹਿੰਦਾ ਵਾ, ਭਾਵੇਂ ਉਹ ਸ਼ੋਕੇਸ਼ ਵਿੱਚ ਪਿਆ ਹੋਵੇ ਤੇ ਭਾਵੇਂ ਮੈਲੇ ਕੱਪੜਿਆਂ ਵਿੱਚ ਲਪੇਟ ਕੇ ਰੱਖਿਆ ਹੋਵੇ। ਭਗਤ ਰਵਿਦਾਸ ਸਾਹਿਬ ਜੀ ਐਸੇ ਮਹਾਨ, ਉਹਨਾਂ ਨੇ ਨਾਮ ਜਪਿਆ ਤੇ ਉਹ ਇੰਨੇ ਮਹਾਨ ਹੋ ਗਏ। ਅੱਗੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਅਜਾਮਲ, ਅਜਾਮਲ ਬ੍ਰਾਹਮਣ ਦਾ ਪੁੱਤਰ ਸੀ। ਸਾਧ ਸੰਗਤ ਜੀ, ਅਜਾਮਲ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਇਆ। ਮਹਾਰਾਜ ਨੇ ਆਖਿਆ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾਮਨ ਤੈ ਵੀ ਉਤਰਹਿ ਪਾਰਾ। ਬ੍ਰਾਹਮਣ ਵਿਦਵਾਨ ਦਾ ਪੁੱਤਰ ਸੀ। ਇਹਦੇ ਪਿਤਾ ਜੀ ਵੀ ਕਥਾ ਕਰਦੇ ਹੁੰਦੇ ਸੀ ਰਾਜ ਦਰਬਾਰ ਵਿੱਚ, ਤੇ ਇਸ ਨੂੰ ਬਚਪਨ ਤੋਂ ਹੀ ਪਿਤਾ ਜੀ ਨੇ ਆਖਿਆ ਕਿ ਪੁੱਤਰ ਅਜਾਮਲ ਤੂੰ ਵੀ ਵਿਦਿਆ ਪੜ੍ਹ। ਤੇ ਉਸਤਾਦ ਕੋਲੇ ਵਿਦਿਆ ਗੁਰੂ ਦੇ ਕੋਲੇ ਪੜ੍ਹਨੇ ਪਾਇਆ। ਬਚਪਨ ਤੋਂ ਲੈ ਕੇ ਪੜ੍ਹਦਾ ਰਿਹਾ। ਤੇ ਉਸਤਾਦ ਨੇ ਕਹਿਣਾ ਵੀ ਅਜਾਮਲ ਸਿੱਧਾ ਘਰ ਤੋਂ ਮੇਰੇ ਕੋਲੇ ਆਉਣਾ ਤੇ ਮੇਰੇ ਤੋਂ ਸਿੱਧਾ ਘਰੇ ਚਲੇ ਜਾਣਾ, ਬਾਜ਼ਾਰ ਵਿੱਚ ਨਹੀਂ ਖਲੋਣਾ। ਜਦੋਂ ਬਚਪਨ ਵਿੱਚ ਇਸ ਤਰ੍ਹਾਂ ਸੁਣਦਾ ਰਿਹਾ, ਜਦੋਂ ਜਵਾਨ ਹੋ ਗਿਆ ਇਹਨੇ ਕਹਿਣਾ ਵੀ ਇਹ ਗੁਰੂ ਜੀ ਰੋਜ਼ ਹੀ ਇਹ ਗੱਲ ਕਹਿੰਦੇ ਆ ਤੇ ਵੀ ਸਿੱਧਾ ਘਰ ਨੂੰ ਜਾਣਾ, ਬਾਜ਼ਾਰ ਵੱਲ ਨੂੰ ਨਹੀਂ ਜਾਣਾ, ਬਾਜ਼ਾਰ 'ਚ ਨਹੀਂ ਖਲੋਣਾ। ਬਾਜ਼ਾਰ ਵਿੱਚ ਕੀ ਹੈ ਵੇਖਾਂ ਤੇ ਸਹੀ ਜਾ ਕੇ। ਹੁਣ ਬਾਜ਼ਾਰ ਵੱਲ ਨੂੰ ਚਲੇ ਗਿਆ ਤੇ ਫਿਰ ਉੱਥੇ ਜਾਣ ਦੇ ਨਾਲ ਅੱਗੇ ਵੇਸਵਾ ਦਾ ਖਾੜਾ ਲੱਗਾ, ਲੋਕ ਵੇਖਣ ਡਏ ਤਾਂ ਵੇਖਣ ਲੱਗ ਪਿਆ। ਇੱਕ ਦਿਨ ਹੋਇਆ, 2 ਦਿਨ ਹੋਇਆ ਤੇ ਫਿਰ ਉਧਰਲੇ ਪਾਸੇ ਮਨ ਦੀ ਖਿੱਚ ਬਣ ਗਈ। ਫਿਰ ਪੜ੍ਹਾਈ ਵੱਲੋਂ ਮਨ ਹਟ ਗਿਆ, ਕਿਉਂਕਿ ਜਿਹੜਾ ਘਰ ਤੋਂ ਸਿੱਧਾ ਪੜ੍ਹਾਈ ਕਰਨ ਵਾਸਤੇ ਸਕੂਲੇ ਆਉਂਦਾ ਤੇ ਸਕੂਲ ਤੋਂ ਸਿੱਧਾ ਘਰੇ ਜਾਂਦਾ ਪੜ੍ਹਦਾ ਉਹੀ ਆ। ਜਿਹੜਾ ਬਾਜ਼ਾਰ 'ਚ ਖਲੋਣ ਲੱਗ ਪਿਆ, ਸੱਜੇ ਖੱਬੇ ਖਲੋਣ ਲੱਗ ਪਿਆ, ਵੇਈ ਦੇ ਕੰਢੇ ਤੇ ਖਲੋਣ ਲੱਗ ਪਿਆ, ਉਹ ਫਿਰ ਪੜ੍ਹਨ ਨਾਲੇ ਧਿਆਨ ਹਟ ਜਾਂਦਾ, ਫਿਰ ਹੋਰ ਪਾਸੇ ਜਾਣ ਲੱਗ ਪੈਂਦਾ। ਅਜਾਮਲ ਦੇ ਨਾਲ ਇਸ ਤਰ੍ਹਾਂ ਹੋਇਆ, ਭਾਵਨਾ ਦੂਜੇ ਪਾਸੇ ਹੋ ਗਈ, ਵਕਾਰ ਬਿਰਤੀ। ਫਿਰ ਉਹ ਵੇਸਵਾ ਦਾ ਖਾੜਾ ਹੀ ਨਹੀਂ ਇਕੱਲਾ ਵੇਖਿਆ, ਉਹਦੇ ਨਾਲ ਸਾਂਝ ਪੈ ਗਈ ਇਹਦੀ। ਹੁਣ ਪਿਤਾ ਚੜ੍ਹਾਈ ਕਰ ਗਿਆ ਤੇ ਰਾਜੇ ਨੇ ਪਿਤਾ ਦੀ ਥਾਂ ਤੇ ਆਪਣੇ ਦਰਬਾਰ ਵਿੱਚ ਕਥਾ ਦੀ ਡਿਊਟੀ ਅਜਾਮਲ ਨੂੰ ਦੇ ਦਿੱਤੀ। ਰਾਜ ਦਰਬਾਰ ਦਾ ਪੰਡਿਤ ਬਣ ਕੇ, ਰਾਜੇ ਦਾ ਕਥਾਵਾਚਕ ਬਣ ਕੇ ਰਾਜੇ ਦੇ ਦਰਬਾਰ ਵਿੱਚ ਕਥਾ ਕਰਦਾ। ਪਰ ਲੋਕਾਂ ਨੇ ਵੇਖਿਆ ਵੀ ਇਹ ਵੇਸਵਾ ਦੇ ਘਰੇ ਵੀ ਜਾਂਦਾ। ਲੋਕਾਂ ਨੇ ਆਖਿਆ ਰਾਜਾ ਜਿਹੜਾ ਤੇਰਾ ਵਿਦਵਾਨ ਆ ਨਾ, ਕਥਾ ਕਰਦਾ ਤੇਰੇ ਦਰਬਾਰ ਵਿੱਚ, ਪਰ ਇਹ ਵੇਸਵਾ ਦੇ ਘਰੇ ਵੀ ਜਾਂਦਾ। ਜਾਂ ਤੇ ਇੱਧਰ ਕਥਾ ਕਰ ਲਵੇ ਤੇ ਜਾਂ ਉਧਰ ਚਲੇ ਜਾਵੇ। ਇਹਨੂੰ ਇੱਕ ਗੱਲ ਕਹਿ ਦੋ, ਇੱਕ ਪਾਸੇ ਰੱਖੇ ਆਪਣਾ ਕੰਮ। ਰਾਜੇ ਨੇ ਪੁੱਛਿਆ ਪਰ ਇਹ ਹਟਿਆ ਨਾ। ਰਾਜੇ ਨੇ ਫਿਰ ਆਪਣੇ ਦਰਬਾਰ ਚੋਂ ਢਾ ਦਿੱਤਾ, ਇਹਨੂੰ ਕਥਾ ਕਰਨ ਤੋਂ ਕੱਢ ਦਿੱਤਾ। ਤਾਂ ਰਾਜੇ ਨੇ ਆਖਿਆ ਕਿ ਹੁਣ ਤੂੰ ਇੱਥੇ ਰਹਿ ਨਹੀਂ ਸਕਦਾ ਮੇਰੇ ਪਾਸ, ਮੇਰੇ ਸ਼ਹਿਰ 'ਚ ਵੀ ਨਹੀਂ ਰਹਿ ਸਕਦਾ। ਉਸ ਵੇਸਵਾ ਨੂੰ ਤੂੰ ਨਾਲ ਲੈ ਲਾ ਤੇ ਚਲੇ ਜਾ ਇੱਥੇ। ਫਿਰ ਉਸ ਵੇਸਵਾ ਦੇ ਨਾਲ ਇਹਨੇ ਵਿਆਹ ਕਰਵਾ ਲਿਆ, ਜੰਗਲ ਵਿੱਚ ਜਾ ਕੇ ਰਹਿਣ ਲੱਗ ਪਿਆ। ਗਰੀਬੀ ਦੀ ਹਾਲਤ ਆ ਗਈ ਤੇ ਫਿਰ ਪੰਛੀ ਮਾਰ ਮਾਰ ਕੇ ਵੀ ਖਾਂਦਾ ਰਿਹਾ। ਕਿੱਥੇ ਤਾਂ ਰਾਜੇ ਦੇ ਦਰਬਾਰ ਵਿੱਚ ਕਥਾ ਕਰਦਾ ਹੁੰਦਾ ਸੀ, ਪਰ ਮਾੜੀ ਸੰਗਤ ਹੋਣ ਕਰਕੇ ਉਹ ਕਥਾ ਦੀ ਸੇਵਾ ਵੀ ਇੱਥੋਂ ਚਲੇ ਗਈ ਤੇ ਸ਼ਹਿਰ ਤੋਂ ਵੀ ਬਾਹਰ ਕੱਢ ਦਿੱਤਾ। ਜੰਗਲ ਵਿੱਚ ਜਾ ਕੇ ਰਹਿੰਦਾ ਰਿਹਾ, ਫਿਰ ਪੰਛੀ ਮਾਰ ਮਾਰ ਕੇ ਖਾਂਦਾ ਰਿਹਾ ਤੇ 6 ਪੁੱਤ ਘਰ ਵਿੱਚ ਪੈਦਾ ਹੋਏ, 6 ਬੱਚੇ ਵੇਸਵਾ ਦੀ ਕੁੱਖ ਤੋਂ। 7ਵਾਂ ਹੋਣ ਵਾਲਾ ਸੀ। 7 ਪੁੱਤਰ ਹੋਏ ਅਜਾਮਲ ਦੇ। 7ਵਾਂ ਹੋਣ ਵਾਲਾ ਸੀ ਤੇ ਮਹਾਂਪੁਰਖ ਸਾਧੂ ਆ ਗਏ। ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਵਿੱਚ ਇਹਦਾ ਜ਼ਿਕਰ ਕੀਤਾ। ਇਸ ਨੇ ਆਪਣੀ ਸਾਰੀ ਵਿਥਿਆ ਦੱਸੀ, ਭੁੱਜੇ ਛੋਲੇ ਛਕਾਏ ਸੀ ਸਾਧੂਆਂ ਨੂੰ। ਉਹਨਾਂ ਨੂੰ ਆਖਿਆ ਜੀ ਮੈਨੂੰ ਵੀ ਕੋਈ ਉਪਦੇਸ਼ ਦਿਓ, ਮੇਰਾ ਵੀ ਭਲਾ ਹੋ ਜਾਵੇ। ਉਹਨਾਂ ਵੇਖਿਆ ਵੀ ਗ੍ਰੰਥ ਤਾਂ ਇਹਨੇ ਬੜੇ ਪੜ੍ਹੇ ਆ, ਕਥਾ ਵੀ ਇਹਨੇ ਕੀਤੀ ਆ, ਪਰ ਇਹਦੇ ਤੇ ਕਥਾ ਉਪਦੇਸ਼ਾਂ ਦਾ ਅਸਰ ਨਹੀਂ ਹੋਣਾ। ਵੀ ਇੱਕ ਫਸਲ ਉਹ ਹੁੰਦੀ ਆ ਜਿਹੜੀ ਸੋਕੇ ਨਾਲ ਮਾਰੀ ਜਾਵੇ ਤੇ ਉਹਨੂੰ ਪਾਣੀ ਦਿੱਤਾ ਜਾਵੇ ਤੇ ਹਰੀ ਹੋ ਜਾਂਦੀ ਆ। ਇੱਕ ਪਾਣੀ ਨਾਲ ਜਿਹੜੀ ਮਾਰੀ ਜਾਵੇ
ਉਹਦਾ ਫਿਰ ਇਲਾਜ ਕੀ ਆ? ਵੀ ਇਹ ਤਾਂ ਗ੍ਰੰਥ ਪੜ੍ਹ ਕੇ ਉਸ ਤੋਂ ਬਾਅਦ ਵਿਗੜਿਆ। ਗ੍ਰੰਥ ਪੜ੍ਹ ਕੇ ਰਾਜੇ ਦੇ ਦਰਬਾਰ ਵਿੱਚ ਕਥਾ ਕਰਦਿਆਂ ਹੋਇਆਂ ਇਹ ਤਾਂ ਬਾਅਦ ਵਿੱਚ ਵਿਗੜਿਆ ਵਾ, ਮਾੜੀ ਸੰਗਤ ਕਰਦਾ ਹੋਇਆ। ਫਿਰ ਉਹਨਾਂ ਨੇ ਜੁਗਤੀ ਦੇ ਨਾਲ, ਢੰਗ ਦੇ ਨਾਲ ਮਹਾਂਪੁਰਖਾਂ ਨੇ ਆਖਿਆ ਵੀ ਜਿਹੜਾ ਬੱਚਾ ਤੇਰੇ ਘਰੇ ਹੋਣ ਵਾਲਾ ਨਾ, ਉਹਦਾ ਨਾਮ ਨਰਾਇਣ ਰੱਖੀ। ਨਰਾਇਣ, ਨਰਾਇਣ ਪਰਮੇਸ਼ਰ ਦਾ ਨਾਮ ਆ ਤੇ ਤੇਰੇ ਪੁੱਤਰ ਦਾ ਨਾਮ ਨਰਾਇਣ ਰਖਾਉਣ ਲੱਗੇ ਆ। ਚਲ ਪੁੱਤਰ ਦੇ ਬਹਾਨੇ ਨਾਲ ਤੈਨੂੰ ਨਰਾਇਣ ਚੇਤੇ ਆਉਂਦਾ ਰਹੂ। ਫਿਰ ਉਹ ਬੱਚਾ ਪੈਦਾ ਹੋਇਆ ਤੇ ਫਿਰ ਉਹ ਛੋਟੇ ਬੱਚੇ ਦੇ ਨਾਲ ਇਹਦਾ ਪ੍ਰੇਮ ਹੈ, ਬਜ਼ੁਰਗ ਹੋ ਗਿਆ। ਨਰਾਇਣ ਨਰਾਇਣ ਕਹਿ ਕੇ ਆਵਾਜ਼ਾਂ ਮਾਰਦਾ। ਅਖੀਰ ਤੇ ਜਿਸ ਵੇਲੇ ਸਵਾਸ ਪੂਰੇ ਹੋਣ ਲੱਗੇ, ਫਿਰ ਉਹ ਨਰਾਇਣ ਨਰਾਇਣ ਕਹਿੰਦੇ ਆ ਪਰਮੇਸ਼ਰ ਨਾਲ ਸੁਰਤ ਜੁੜੀ। ਬਹਾਨਾ ਪੁੱਤਰ ਦਾ, ਪੁੱਤਰ ਦੇ ਬਹਾਨੇ ਨਾਲ ਨਰਾਇਣ ਨਰਾਇਣ ਸਾਧੂਆਂ ਨੇ ਕਹਾਇਆ ਤੇ ਫਿਰ ਅਸਲ ਨਰਾਇਣ ਦੇ ਨਾਲ ਸੁਰਤ ਜੁੜ ਗਈ। ਉਧਰੋਂ ਜਮਦੂਤ ਆ ਗਏ, ਉਧਰੋਂ ਦੇਵਗਣ ਆ ਗਏ ਲੈਣ ਵਾਸਤੇ। ਜਮਦੂਤ ਕਹਿੰਦੇ ਵੀ ਇਹਨੇ ਪਾਪ ਬੜੇ ਖੜਨੇ ਕੀਤੇ ਆ ਤੇ ਲੈ ਕੇ ਅਸੀਂ ਜਾਣਾ, ਇਹਨੂੰ ਲੈ ਕੇ ਜਾਵਾਂਗੇ ਧਰਮਰਾਜਾ ਕੋਲੇ, ਨਰਕਾਂ 'ਚ ਘੱਲਣਾ। ਤੇ ਦੇਵਗਣ ਆ ਗਏ, ਉਹ ਕਹਿੰਦੇ ਪਹਿਲੋਂ ਪਾਪ ਕੀਤੇ ਪਰ ਹੁਣ ਇਹਦੀ ਰਸਨਾ ਤੇ ਨਰਾਇਣ ਵਾ, ਇਹਨੂੰ ਤੁਸੀਂ ਨਰਕਾਂ ਨੂੰ ਨਹੀਂ ਲਿਜਾ ਸਕਦੇ, ਅਸੀਂ ਲੈ ਕੇ ਜਾਣਾ ਇਹਨੂੰ, ਕਿਉਂਕਿ ਇਹਦੀ ਰਸਨਾ ਤੇ ਨਰਾਇਣ ਆ। ਤੇ ਜਿਹਦੇ ਰਸਨਾ ਤੇ ਨਰਾਇਣ ਵਾ ਉਹਨੂੰ ਨਹੀਂ ਤੁਸੀਂ ਖੜ ਸਕਦੇ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਆਪਣੀ ਰਸਨਾ ਤੋਂ ਇਹ ਬਚਨ ਫਰਮਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਬਚਨ ਅੰਕਿਤ ਕਰ ਦਿੱਤਾ ਕਿ ਪੁੱਤਰ ਦੇ ਬਹਾਨੇ ਨਾਲ ਜਪਿਆ ਸੀ, ਸਿੱਧਾ ਨਹੀਂ ਜਪਿਆ ਅਜਾਮਲ ਨੇ, ਪਰ ਪੁੱਤਰ ਦੇ ਬਹਾਨੇ ਨਾਲ ਜਪਿਆ ਤੇ ਜਮ ਕੰਕਰ ਮਾਰ ਕੇ ਦੇਵਗਣਾਂ ਨੇ ਭਜਾ ਦਿੱਤੇ ਤੇ ਇਹਦੀ ਕਲਿਆਣ ਹੋ ਗਈ। ਅਖੀਰਲੇ ਸਮੇਂ ਵਿੱਚ ਹੀ ਕਲਿਆਣ ਹੋ ਗਏ। ਪੁੱਤਰ ਹੇਤ ਨਾਰਾਇਣ ਕਹਿਓ, ਪੁੱਤਰ ਹੇਤ ਨਾਰਾਇਣ ਕਹਿਓ, ਪੁੱਤਰ ਹੇਤ ਨਾਰਾਇਣ ਕਹਿਓ, ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ, ਜਮ ਕੰਕਰ ਮਾਰ ਬਿਦਾਰੇ, ਜਮ ਕੰਕਰ ਮਾਰ ਬਿਦਾਰੇ, ਜਮ ਕੰਕਰ ਮਾਰ ਬਿਦਾਰੇ। ਅਜਾਮਲ ਪਾਪੀ ਜਗ ਜਾਣੇ, ਅਜਾਮਲ ਪਾਪੀ ਜਗ ਜਾਣੇ, ਅਜਾਮਲ ਪਾਪੀ ਜਗ ਜਾਣੇ, ਅਜਾਮਲ ਪਾਪੀ ਜਗ ਜਾਣੇ। ਨਿਮਖ ਮਾਹੇ ਨਿਸਤਾਰਾ, ਨਿਮਖ ਮਾਹੇ ਨਿਸਤਾਰਾ, ਨਿਮਖ ਮਾਹੇ ਨਿਸਤਾਰਾ, ਨਿਮਖ ਮਾਹੇ ਨਿਸਤਾਰਾ। ਜਿਹੜਾ ਜਗ ਜਾਣੇ ਆ ਨਾ, ਇਹ ਜਦੋਂ ਮਹਾਂਪੁਰਖ ਸੰਥਿਆ ਕਰਾਉਂਦੇ, ਅਰਥ ਕਰਾਉਂਦੇ, ਉਹ ਕਹਿੰਦੇ ਵੀ ਇਹ ਦੋਵੇਂ ਪਾਸੇ ਲੱਗਣਾ ਅਰਥ ਵਾਸਤੇ। ਵੀ ਪਾਪੀ ਨੂੰ ਵੀ ਜੱਗ ਜਾਣਦਾ ਤੇ ਨਿਮਖ ਮਾਹੇ ਨਿਸਤਾਰਾ ਜਦੋਂ ਹੋਇਆ ਇਹਨੂੰ ਵੀ ਜੱਗ ਹੀ ਜਾਣਦਾ। ਪਾਪ ਕੀਤਾ ਤੇ ਪਾਪੀ ਹੋ ਗਿਆ, ਇਸ ਗੱਲ ਨੂੰ ਵੀ ਜੱਗ ਜਾਣਦਾ ਵੀ ਅਜਾਮਲ ਨੇ ਪਾਪ ਕੀਤਾ ਸੀ, ਵੇਸਵਾ ਦੀ ਸੰਗਤ ਕੀਤੀ ਤੇ ਪਾਪੀ ਬਣ ਗਿਆ। ਪਰ ਜਦੋਂ ਸਾਧੂਆਂ ਦਾ ਸੰਗ ਹੋਇਆ, ਪੁੱਤਰ ਦੇ ਬਹਾਨੇ ਦੇ ਨਾਲ ਪਰਮੇਸ਼ਰ ਦਾ ਨਾਮ ਨਰਾਇਣ ਜਪਿਆ ਤੇ ਇੱਕ ਨਿਮਖ ਦੇ ਵਿੱਚ ਕਲਿਆਣ ਹੋ ਗਈ, ਇਹਨੂੰ ਵੀ ਜੱਗ ਜਾਣਦਾ ਵਾ। ਪਰਮੇਸ਼ਰ ਦਾ ਸਿਮਰਨ, ਪਰਮੇਸ਼ਰ ਦਾ ਨਾਮ ਵੱਡੇ ਵੱਡੇ ਪਾਪੀਆਂ ਨੂੰ ਇੱਕ ਨਿਮਖ ਵਿੱਚ ਵੀ ਕਲਿਆਣ ਦੇ ਦਿੰਦਾ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਤੇ ਮਹਾਰਾਜ ਨਾਵੇਂ ਪਾਤਸ਼ਾਹ ਨੇ ਇਹ ਉਦਾਹਰਨ ਦੇ ਕੇ ਆਖਿਆ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰਹਿ ਭਾਰਾ। ਬੰਦਿਆ ਤੂੰ ਵੀ ਪਾਪ ਛੱਡ ਕੇ ਪਰਮੇਸ਼ਰ ਦਾ ਨਾਮ ਜਪ, ਤੇਰਾ ਵੀ ਭਲਾ ਹੋ ਜਾਵੇ। ਪਰ ਪਾਪ ਛੱਡਣਾ ਪੈਣਾ। ਜਿੱਥੇ ਅਜਾਮਲ ਦਾ ਵੀ ਜ਼ਿਕਰ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ, ਇਸ ਗਾਥਾ ਦਾ ਵੀ, ਉੱਥੇ ਉਹਨਾਂ ਨੇ ਆਖਿਆ ਵੀ ਇਹ ਨਹੀਂ ਵੀ ਜੇ ਪਾਪੀ ਪਾਪ ਕਰਕੇ ਤੇ ਫਿਰ ਉਹਨਾਂ ਦਾ ਉਧਾਰ ਹੋ ਗਿਆ ਤੇ ਬੰਦਾ ਇਹਦੇ ਤੋਂ ਸਮਝ ਲਵੇ ਵੀ ਮੈਂ ਵੀ ਪਾਪ ਕਰੀ ਜਾਵਾਂ, ਉਧਾਰ ਹੋ ਹੀ ਜਾਣਾ। ਕਹਿੰਦੇ ਇਹਦੇ ਤੋਂ ਇਹ ਸਿੱਖਿਆ ਨਹੀਂ ਲੈਣੀ ਚਾਹੀਦੀ। ਭਾਈ ਸਾਹਿਬ ਜੀ ਨੇ ਆਖਿਆ ਵੀ ਜੇ ਅਜਾਮਲ ਉਧਰ ਗਿਆ ਨਾ ਤੇ ਪਰ ਘਰ ਜਾਏ ਨਾ ਲਈਏ ਪੰਗਾ,
ਇਹਦਾ ਮਤਲਬ ਇਹ ਨਹੀਂ ਵੀ ਪਰਾਏ ਘਰਾਂ ਵਿੱਚ ਵੇਸਵਾ ਦਾ ਸੰਗ ਹੀ ਕਰਨਾ ਚਾਹੀਦਾ। ਫਿਰ ਵੀ ਕਹਿੰਦੇ ਜੇ ਅਜਾਮਲ ਦਾ ਉਧਾਰ ਹੋ ਗਿਆ, ਪਰਾਏ ਘਰਾਂ ਵਿੱਚ ਜਾ ਕੇ ਪੰਗਾ ਨਹੀਂ ਲੈਣਾ ਚਾਹੀਦਾ। ਪੰਗਾ ਹੀ ਲਿਖਿਆ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ 'ਚ। ਉਹ ਕਹਿੰਦੇ ਪਰ ਘਰ ਜਾਏ ਨਾ ਲਈਏ ਪੰਗਾ। ਤੋ ਇਸ ਕਰਕੇ ਇੱਥੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਨਾਮ ਜਪ ਕੇ ਕਲਿਆਣ ਹੋਈ ਆ ਅਜਾਮਲ ਦੀ। ਊਧਵ, ਅੱਗੇ ਊਧਵ ਤੇ ਕਰੂਰ ਦਾ ਜ਼ਿਕਰ ਹੈ ਕਿ ਇਹਨਾਂ ਨੇ ਵੀ ਨਾਮ ਜਪਿਆ ਤੇ ਮਹਾਨ ਹੋ ਗਏ। ਊਧਵ ਦਾ ਭਾਵ ਹੈ ਉਦਵ, ਇਹਨਾਂ ਨੂੰ ਊਧਵ ਵੀ ਆਖਿਆ ਤੇ ਉਦੋ ਵੀ ਇਹਨਾਂ ਦਾ ਨਾਮ। ਇਹ ਸ੍ਰੀ ਕ੍ਰਿਸ਼ਨ ਜੀ ਦੇ ਚਾਚੇ ਸਨ, ਚਾਚਾ ਜੀ, ਸ੍ਰੀ ਕ੍ਰਿਸ਼ਨ ਦੇ ਚਾਚੇ ਦੋਵੇਂ ਹੀ, ਊਧਵ ਤੇ ਕਰੂਰ ਵੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਵੀ ਭੱਟਾਂ ਦੇ ਸਵਈਆਂ 'ਚ ਇਹਨਾਂ ਦੇ ਨਾਮ ਆਉਂਦੇ। ਉਦੋਂ ਅਕਰੂਰ ਬਿਦਰ ਗੁਣ ਗਾਵੈ। ਇਹ ਜਿਹੜਾ ਇੱਥੇ ਕਰੂਰ ਆਖਿਆ ਉੱਥੇ ਅਕਰੂਰ ਹੈ। ਇਹ ਅਕਰੂਰ ਵੀ ਤੇ ਉਦੋਂ ਵੀ ਇਹ ਜੇ ਮਹਾਨ ਹੋਏ ਆ ਦੁਆਪਰ ਯੁੱਗ ਦੇ ਵਿੱਚ, ਤੇ ਇਹਨਾਂ ਨੇ ਵੀ ਪਰਮੇਸ਼ਰ ਦਾ ਸਿਮਰਨ ਕੀਤਾ, ਨਾਮ ਜਪਿਆ। ਭਾਈ ਸਾਹਿਬ ਕਹਿੰਦੇ ਵੀ ਜੇ ਹਨੂਮਾਨ ਮਹਾਨ ਹੋਇਆ ਤੇ ਉਹ ਵੀ ਨਾਮ ਜਪ ਕੇ ਹੋਇਆ। ਹਨੂਮਾਨ ਇਹ ਤ੍ਰੇਤੇ ਯੁੱਗ ਦਾ ਭਗਤ ਹੋਇਆ। ਤ੍ਰੇਤੇ ਯੁੱਗ ਵਿੱਚ ਸ੍ਰੀ ਰਾਮਚੰਦਰ ਦਾ ਦਾਸ ਸੀ ਹਨੂਮਾਨ। ਤੇ ਹਨੂਮਾਨ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਲਿਖਿਆ। ਜਦੋਂ ਸਨਕਾਦਿਕਾਂ ਦਾ ਜ਼ਿਕਰ ਕੀਤਾ ਹੈ, ਭਗਤ ਕਬੀਰ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਫਰਮਾਇਆ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ। ਉਸ ਸ਼ਬਦ ਵਿੱਚ ਆਖਿਆ ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਕਿਉਂਕਿ ਉਥੇ ਭਾਵੇਂ ਪਰਮੇਸ਼ਰ ਦੀ ਬੇਅੰਤਤਾ ਦਰਸਾ ਰਹੇ ਆ ਭਗਤ ਕਬੀਰ ਸਾਹਿਬ ਜੀ ਵੀ ਸਨਕ ਸਨੰਦ ਮਹੇਸ਼ ਸਮਾਨਾ। ਇਹ ਜਿਹੜੇ ਬ੍ਰਹਮਾ ਦੇ 4 ਪੁੱਤਰ ਹੋਏ ਆ, ਸਨਕ ਸਨੰਦ ਸਨਾਤਨ ਸੰਤ ਕੁਮਾਰ ਤੇ ਮਹੇਸ਼ ਸ਼ਿਵ ਜੀ, ਇਹਨਾਂ ਦੇ ਸਮਾਨ ਜਿਹੜੇ ਵੱਡੇ ਵੱਡੇ ਤਪਸਵੀ ਹੋਏ ਆ, ਕਹਿੰਦੇ ਉਹਨਾਂ ਨੇ ਵੀ ਪਰਮੇਸ਼ਰ ਵਾਹਿਗੁਰੂ ਜੀ ਦੇ ਭੇਦ ਨੂੰ ਨਹੀਂ ਜਾਣਿਆ। ਪਰ ਜਦੋਂ ਇਹ ਗੱਲ ਕੀਤੀ ਜਾਂਦੀ ਉਦੋਂ ਵੱਡਿਆਂ ਦਾ ਜ਼ਿਕਰ ਲਿਆ ਜਾਂਦਾ ਨਾ, ਵੱਡਿਆਂ ਦਾ ਜ਼ਿਕਰ ਕੀਤਾ ਜਾਂਦਾ ਵੀ ਜਿਹੜੇ ਮਹਾਨ ਤਪਸਵੀ ਹੋਏ ਆ। ਆਮ ਹੀ ਸੰਸਾਰ ਵਿੱਚ ਜਦੋਂ ਕੋਈ ਐਸੀ ਗੱਲ ਕੀਤੀ ਜਾਂਦੀ ਹੈ ਨਾ, ਉਹ ਵੱਡੇ ਦਾ ਜ਼ਿਕਰ ਕਰ ਦਿੱਤਾ ਜਾਵੇ ਤੇ ਛੋਟੇ ਵਿੱਚ ਹੀ ਆ ਜਾਂਦੇ। ਕਹਿੰਦੇ ਵੀ ਇਸ ਥਾਂ ਤੇ ਫਲਾਣੇ ਨੇ ਆਹ ਕੰਮ ਕੀਤਾ, ਵੱਡੇ ਦਾ ਜ਼ਿਕਰ ਕੀਤਾ ਜਾਂਦਾ ਵੀ ਇਹ ਕੰਮ ਤਾਂ ਵੱਡਾ ਵੀ ਨਹੀਂ ਕਰ ਸਕਿਆ, ਇੰਨਾ ਬਲੀ ਵੀ ਨਹੀਂ ਕਰ ਸਕਿਆ। ਜੇ ਉਹ ਨਹੀਂ ਕਰ ਸਕਿਆ ਤੇ ਤੂੰ ਕਿੱਥੋਂ ਕਰ ਲਵੇਂਗਾ। ਤਾਂ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਜਿਹੜੇ ਏਡੇ ਏਡੇ ਵੱਡੇ ਤਪਸਵੀ ਹੋਏ ਆ, ਪਰਮੇਸ਼ਰ ਦਾ ਸਿਮਰਨ ਕੀਤਾ, ਮਹਾਨ ਤਾਂ ਹੋ ਗਏ, ਪਰ ਪਰਮੇਸ਼ਰ ਵਾਹਿਗੁਰੂ ਜੀ ਦੇ ਸਾਰੇ ਭੇਦਾਂ ਨੂੰ ਨਹੀਂ ਕੋਈ ਜਾਣ ਸਕਦਾ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ। ਪਰ ਇਸ ਸ਼ਬਦ ਦੇ ਵਿੱਚੋਂ ਇਹ ਵੀ ਤਾਂ ਪਤਾ ਲੱਗਦਾ ਹੈ ਵੀ ਉਹ ਮਹਾਨ ਵਾ, ਕਿਉਂਕਿ ਉਹਨਾਂ ਦੀ ਗੱਲ ਤਾਂ ਕੀਤੀ ਜਾ ਰਹੀ। ਉਹਨਾਂ ਨੇ ਜਪਿਆ ਤੇ ਹੈ, ਉਹ ਵੀ ਆਪਣੇ ਸਮੇਂ ਦੇ ਭਗਤ ਹੋਏ ਆ, ਆਰਾਧਨਾ ਤੇ ਉਹਨਾਂ ਵੀ ਕੀਤੀ ਹੈ। ਤੇ ਹਨੂਮਾਨ ਇਹ ਸ੍ਰੀ ਰਾਮ ਜੀ ਦੇ ਦਾਸ ਸੀ। ਸ੍ਰੀ ਰਾਮਚੰਦਰ ਤੋਂ ਬਿਨਾਂ ਆਪਣੀ ਰਸਨਾ ਤੇ ਕਿਸੇ ਦਾ ਨਾਮ ਨਹੀਂ ਸੀ ਲਿਆਉਂਦੇ। ਆਪਣੀ ਰਸਨਾ ਤੋਂ ਜੈ ਸ਼੍ਰੀ ਰਾਮ ਹੀ ਕਹਿੰਦੇ ਸੀ ਉਹ, ਜੈ ਸ਼੍ਰੀ ਰਾਮ। ਅਨਨ ਭਗਤ ਸੀ ਰਾਮ ਦੇ, ਅਨਨ ਭਗਤ। ਅਨਨ ਭਗਤ ਉਹਨੂੰ ਕਿਹਾ ਜਾਂਦਾ ਜਿਹੜਾ ਆਪਣੇ ਇਸ਼ਟ ਤੋਂ ਬਿਨਾਂ ਦੂਜੇ ਨੂੰ ਨਹੀਂ ਮੰਨਦਾ। ਜੇ ਕੋਈ ਮਨਾਉਣ ਦਾ ਵੀ ਯਤਨ ਕਰੇ, ਉਹ ਕਹਿੰਦਾ ਮੈਂ ਨਹੀਂ ਦੂਜੇ ਦਾ ਨਾਂ ਲੈਂਦਾ, ਮੇਰੀ ਤੇ ਸ਼ਰਧਾ ਜਿੱਥੇ ਹੈ ਉੱਥੇ ਰਵੇਗੀ, ਮੈਂ ਤਾਂ ਆਪਣੇ ਗੁਰੂ ਦਾ ਹੀ ਸਿੱਖ ਵਾਂ, ਆਪਣੇ ਭਗਵਾਨ ਦਾ ਹੀ ਭਗਤ ਵਾਂ। ਤੇ ਹਨੂਮਾਨ ਆਪਣੇ ਸਮੇਂ ਦਾ ਮਹਾਨ ਭਗਤ ਹੋਇਆ, ਮਹਾਨ ਭਗਤ। ਜਤੀਆਂ ਵਿੱਚ ਵੀ ਉਹਦਾ ਜ਼ਿਕਰ ਤੇ ਉਹਨਾਂ ਦੇ ਜੀਵਨ ਦੀ ਗਾਥਾ ਕਹਿੰਦੇ ਵੀ ਜਿਸ ਵੇਲੇ ਇਹ ਸਾਰੇ ਲੰਕਾ ਦਾ ਕਾਰਜ ਕਰਕੇ ਵਾਪਸ ਆ ਗਏ ਨਾ, ਤੇ ਸੀਤਾ ਨੇ ਹਨੂਮਾਨ ਤੇ ਖੁਸ਼ ਹੋ ਕੇ ਵੀ ਲੰਕਾ 'ਚ ਮੇਰੀ ਵੀ ਖਬਰਸਾਰ ਲੈ ਕੇ ਆਉਂਦਾ ਰਿਹਾ। ਬਾਅਦ ਵਿੱਚ ਵੀ ਜੰਗ ਯੁੱਧ ਦੇ ਸਮੇਂ ਵੀ ਇਹਨੇ ਬਹੁਤ ਸੇਵਾ ਕੀਤੀ ਹੈ। ਇੱਕ ਮਾਲਾ ਦੇ ਦਿੱਤੀ ਸੁੱਚੇ ਮੋਤੀਆਂ ਦੀ ਹਨੂਮਾਨ ਨੂੰ। ਉਹ ਮਾਲਾ ਹੱਥ ਵਿੱਚ ਲੈ ਕਰਕੇ ਇੱਕ ਮਣਕਾ ਲੈ ਲੈਂਦੇ ਆ, ਖੋਲ ਲੈਂਦੇ ਆ, ਆਪਣੇ ਮੂੰਹ 'ਚ ਪਾ ਲੈਂਦੇ ਆ,
ਤੇ ਦੰਦਾਂ ਥੱਲੇ ਚਿੱਥ ਕੇ ਕਿਰਚ ਕਰਕੇ ਤੇ ਮਣਕੇ ਨੂੰ ਤੋੜ ਕੇ ਤੇ ਫਿਰ ਹੱਥ ਨਾਲ ਵੇਖ ਕੇ ਤੇ ਸੁੱਟ ਦਿੰਦੇ। ਤੇ ਸੀਤਾ ਤੇ ਗੁੱਸੇ ਜਿਹਦੇ ਵਿੱਚ ਆ ਗਈ ਮਾਈ। ਉਹ ਕਹਿੰਦੀ ਹਨੂਮਾਨ ਵੇਖ, ਤੈਨੂੰ ਫਿਰ ਕਦਰ ਨਹੀਂ ਨਾ ਹੈਗੀ, ਸੁੱਚੇ ਮੋਤੀਆਂ ਦੀ ਮਾਲਾ ਤੈਨੂੰ ਦਿੱਤੀ ਸੀ, ਤੂੰ ਮੂੰਹ 'ਚ ਪਾ ਕੇ ਤੇ ਕਿਰਚ ਕਰਕੇ ਤੇ ਜਾੜ ਥੱਲੇ ਦੇ ਕੇ ਤੋੜ ਕੇ ਸੁੱਟੀ ਜਾਣਾ। ਕਹਿੰਦਾ ਮਾਤਾ ਮੈਂ ਤੇ ਵੇਖ ਰਿਹਾ ਵੀ ਇਹਦੇ 'ਚ ਰਾਮ ਦਾ ਨਾਮ ਹੈਗਾ ਮੋਤੀਆਂ ਦੇ ਵਿੱਚ, ਜੇ ਨਾਮ ਹੈ ਤੇ ਫਿਰ ਇਹਨੂੰ ਰੱਖਾਂ ਮੈਂ, ਨਹੀਂ ਤੇ ਇਹਨੂੰ ਕਾਹਦੇ ਵਾਸਤੇ ਰੱਖਣਾ ਕੋਲੇ। ਉਹ ਕਹਿੰਦੀ ਐਡਾ ਸਰੀਰ ਚੁੱਕੀ ਫਿਰਦਾ, ਤੇਰੇ ਸਰੀਰ ਵਿੱਚ ਰਾਮ ਦਾ ਨਾਮ ਹੈਗਾ? ਕਹਿੰਦਾ ਮਾਤਾ ਮੇਰੇ ਰੋਮ ਵਿੱਚ ਰਾਮ ਦਾ ਨਾਮ। ਕਹਿੰਦੀ ਵਿਖਾ। ਫਿਰ ਕਹਿੰਦੇ ਸੀਨਾ ਪਾੜ ਕੇ ਵਿਖਾ ਦਿੱਤਾ ਤੇ ਰੋਮ 'ਚ ਰਾਮ ਦਾ ਨਾਮ ਵਸਿਆ ਵਿਖਾਇਆ। ਤਾਂ ਇਸ ਕਰਕੇ ਇਹ ਭਗਤਾਂ ਦੀਆਂ ਉਦਾਹਰਨਾਂ ਦਿੱਤੀਆਂ ਵਾ ਭਾਈ ਸੰਤੋਖ ਸਿੰਘ ਜੀ ਨੇ। ਇੱਕੋ ਹੀ ਪੱਖ ਲਿਆ ਜਾਂਦਾ ਵਾ ਵੀ ਆਪਣੇ ਸਮੇਂ ਦੇ ਉਹ ਵੀ ਮਹਾਨ ਭਗਤ ਹੋਏ ਆ। ਇਹਦਾ ਭਾਵ ਇਹ ਨਹੀਂ ਵੀ ਅਸੀਂ ਕੋਈ ਉਹਨਾਂ ਦੀ ਪੂਜਾ ਕਰਨੀ ਜਾਂ ਕਿਸ ਤਰ੍ਹਾਂ, ਪਰ ਜਿਹੜਾ ਮਹਾਨ ਹੈ ਉਹਨੂੰ ਮਹਾਨ ਕਹਿਣਾ ਚਾਹੀਦਾ। ਆਪਣੇ ਸਮੇਂ ਦੇ ਉਹ ਮਹਾਨ ਹੋਏ, ਜਿਵੇਂ ਬਿਦਰ ਵਾ ਦੁਆਪਰ ਦੇ ਵਿੱਚ ਉਹ ਮਹਾਨ ਭਗਤ ਹੋਏ ਆ ਸ੍ਰੀ ਕ੍ਰਿਸ਼ਨ ਜੀ ਦੇ। ਜੇ ਆਖੀਏ ਵੀ ਅਸੀਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸਿੱਖ ਹਾਂ ਭਾਈ, ਅਸੀਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਰਹਿਤ ਮਰਿਆਦਾ ਚੱਲਣ ਵਾਲੇ, ਅਸੀਂ ਕ੍ਰਿਸ਼ਨ ਦੇ ਭਗਤਾਂ ਦਾ ਕਿਉਂ ਨਾਂ ਲਈਏ? ਕਈ ਵਾਰੀ ਐਸੀ ਗੱਲ ਹੁੰਦੀ ਹੈ ਨਾ ਕਿ ਅਸੀਂ ਕਾਹਤੋਂ ਉਹਨਾਂ ਦਾ ਨਾਂ ਲਈਏ, ਅਸੀਂ ਕਿਉਂ ਆਖੀਏ ਵੀ ਉਹ ਭਗਵਾਨ ਰਾਮ ਦਾ ਭਗਤ ਸੀ ਜਾਂ ਭਗਵਾਨ ਕ੍ਰਿਸ਼ਨ ਦਾ ਭਗਤ ਸੀ। ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਨਾਂ ਨਾ ਲਓ, ਕਹਿੰਦੇ ਮੈਂ ਤੇ ਲੈਣਾ ਹੀ ਆ ਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਾਂ ਉਹਨਾਂ ਦਾ ਜ਼ਿਕਰ ਹੈ ਹੀ ਹੈ ਨਾ। ਕ੍ਰਿਸ਼ਨ ਤੇ ਰਾਮ ਦੋ ਨਹੀਂ, ਜੋ ਤ੍ਰੇਤੇ ਦੇ ਵਿੱਚ ਰਾਮ ਵਾ ਉਹੀ ਦੁਆਪਰ ਵਿੱਚ ਕ੍ਰਿਸ਼ਨ ਵਾ। ਤੇ ਕ੍ਰਿਸ਼ਨ ਦੇ ਭਗਤ ਬਿਦਰ ਦਾ ਜ਼ਿਕਰ ਵਾ, ਉਦਾਹਰਨ ਵਾ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ। ਬਿਦਰ ਨੂੰ ਦਾਸੀ ਦਾ ਪੁੱਤਰ ਆਖਿਆ ਜਾਂਦਾ ਸੀ, ਉਹਨੂੰ ਨੀਵਾਂ ਸਮਝਿਆ ਜਾਂਦਾ ਸੀ। ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਵੀ ਬਿਦਰ ਦਾ ਜ਼ਿਕਰ ਕੀਤਾ ਵੀ ਜੇ ਬਿਦਰ ਮਹਾਨ ਹੋ ਗਿਆ ਨਾ, ਨਾਮ ਜਪ ਕੇ ਮਹਾਨ ਹੋਇਆ। ਜੇ ਹਨੂਮਾਨ ਮਹਾਨ ਹੋਇਆ, ਨਾਮ ਜਪ ਕੇ ਮਹਾਨ ਹੋਇਆ। ਉਹਨਾਂ ਤੋਂ ਸਾਨੂੰ ਸਿੱਖਿਆ ਦੇ ਰਹੇ ਆ ਭਾਈ ਸੰਤੋਖ ਸਿੰਘ ਜੀ ਕਿ ਤੁਸੀਂ ਵੀ ਨਾਮ ਜਪੋਗੇ ਤੇ ਭਾਈ ਨਾਮ ਦੀ ਹੀ ਮਹਿਮਾ ਸਾਰੇ ਯੁੱਗਾਂ ਵਿੱਚ ਹੈ, ਸਾਰੇ ਅਵਤਾਰਾਂ ਦੇ ਸਮੇਂ ਆ, ਸਾਰੇ ਸਮਿਆਂ ਵਿੱਚ ਗੱਲ ਨਾਮ ਜਪਣ ਦੀ ਆ। ਤੁਸੀਂ ਵੀ ਭਾਈ ਜਪੋਗੇ, ਤੁਹਾਡੀ ਵੀ ਕਲਿਆਣ ਹੋਵੇਗੀ, ਤੁਸੀਂ ਵੀ ਮਹਾਨ ਹੋ ਜਾਓਗੇ। ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਬਚਨ ਹੈ ਸੂਹੀ ਰਾਗ ਵਿੱਚ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ। ਕਹਿੰਦੇ ਦਾਸੀ ਦੇ ਪੁੱਤਰ ਬਿਦਰ ਨੂੰ ਪੁੱਛ ਲਓ ਜਿਸ ਦੇ ਘਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਗਏ ਸੀ। ਦੁਰਯੋਧਨ ਜਾਣਾ ਤੇ ਦੁਰਯੋਧਨ ਕੋਲੇ ਸੀ ਉਤਰਾ, ਕਿਉਂਕਿ ਉਹ ਪਾਂਡਵਾਂ ਦੀ ਸੁਲਾ ਸਫਾਈ ਕਰਾਉਣ ਜਾਣਾ ਸੀ। ਤੇ ਜਦੋਂ ਜਾ ਰਹੇ ਸੀ ਨਾ ਦੁਰਯੋਧਨ ਦੀ ਸਭਾ ਵੱਲ ਨੂੰ, ਤੇ ਉਹ ਸਿੰਘਾਸਣ ਤੇ ਬੈਠਾ ਸੀ, ਉਹਨੇ ਕਿਹਾ ਵੀ ਕ੍ਰਿਸ਼ਨ ਆ ਰਹੇ ਤੇ ਮੈਨੂੰ ਉੱਠ ਕੇ ਸਤਿਕਾਰ ਕਰਨਾ ਪੈਣਾ। ਤੇ ਉੱਠ ਕੇ ਤੇ ਫੀਲਖਾਨੇ ਵੱਲ ਨੂੰ ਚਲੇ ਗਿਆ ਜਿੱਥੇ ਹਾਥੀ ਬੱਧੇ ਹੋਏ ਸੀ। ਤੇ ਭਗਵਾਨ ਕ੍ਰਿਸ਼ਨ ਨੇ ਵੇਖਿਆ ਵੀ ਹੰਕਾਰੀ ਆ, ਅਸੀਂ ਇਹਨੂੰ ਮਿਲਣ ਵਾਸਤੇ ਜਾ ਰਹੇ, ਸਾਨੂੰ ਉੱਠ ਕੇ ਪਹਿਲਾਂ ਚਲੇ ਗਿਆ, ਫਿਰ ਇਹਦੇ ਕੋਲੇ ਲੈਣ ਕੀ ਜਾਣਾ। ਉਹ ਬਿਦਰ ਦੇ ਘਰੇ ਚਲੇ ਗਏ। ਫਿਰ ਬਿਦਰ ਨੂੰ ਤੇ ਚਾਅ ਚੜ ਗਿਆ, ਭਗਵਾਨ ਜੀ ਆ ਗਏ, ਭਗਵਾਨ ਜੀ ਆ ਗਏ, ਭਗਵਾਨ ਜੀ ਆ ਗਏ। ਚਾਅ ਚੜ ਗਿਆ, ਸੇਵਾ ਦੇ ਵਿੱਚ ਤਤਪਰ ਹੋ ਗਿਆ। ਤੇ ਰਾਤ ਫਿਰ ਆਪਣੇ ਘਰੇ ਰੱਖਿਆ ਭਗਵਾਨ ਕ੍ਰਿਸ਼ਨ ਨੇ। ਤੇ ਇੰਨਾ ਚਾਅ ਚੜਿਆ ਕਿ ਕੇਲੇ ਛਕਾਉਣ ਲੱਗੇ, ਤਾਂ ਉਹ ਘਰ ਵਾਲੀ ਵੀ ਤੇ ਆਪ ਵੀ, ਤੇ ਉਹ ਕੇਲੇ ਜਿਹੜੇ ਛਿੱਲ ਕੇ ਜਿਹੜੀ ਛਕਣ ਵਾਲੀ ਚੀਜ਼ ਆ ਉਹ ਆਪਣੇ ਪਾਸ ਰੱਖੀ ਜਾਂਦੇ, ਛਿੱਲਾ ਭਗਵਾਨ ਦੇ ਹੱਥ ਤੇ ਰੱਖੀ ਜਾਂਦੇ। ਉਹ ਬਿਦਰ ਨੇ ਆਖਿਆ ਆਪਣੇ ਘਰ ਵਾਲੀ ਵੀ ਤੂੰ ਤਾਂ ਪ੍ਰੇਮ ਦੇ ਵਿੱਚ ਨਾ, ਤੈਨੂੰ ਚਾਅ ਹੀ ਜ਼ਿਆਦਾ ਚੜ ਗਿਆ, ਪ੍ਰੇਮ ਦੇ ਵਿੱਚ ਬੌਰੀ ਹੋ ਗਈ ਤੂੰ, ਤੇ ਡੌਰੀ ਬੌਰੀ ਹੋ ਗਈ, ਤੈਨੂੰ ਪਤਾ ਹੀ ਨਹੀਂ ਲੱਗਦਾ ਕਿ ਕੇਲੇ ਤੇ ਇੱਧਰ ਰੱਖੀ ਜਾਂਦੀ। ਇਸ ਕਰਕੇ ਹੁਣ ਸਬਜ਼ੀ ਭਾਜੀ ਵੀ ਤੂੰ ਇਸ ਤਰ੍ਹਾਂ ਦੀ ਬਣਾਏਗੀ? ਨਹੀਂ, ਮੈਂ ਹੀ ਬਣਾਉਂਗਾ ਹੁਣ। ਫਿਰ ਸਾਗ ਬਣਾਇਆ ਬਿਦਰ ਨੇ, ਤੇ ਹੁਣ ਜਿਹਦਾ ਕੰਮ ਹੋਵੇ ਉਹਨੂੰ ਹੀ ਸਾਜਦਾ ਵਾ। ਮਾਈਆਂ ਸਬਜ਼ੀ ਭਾਜੀ ਬਣਾਉਂਦੀਆਂ ਰੋਜ਼ ਦੇ, ਤੇ ਉਹੀ
ਜੇ ਕੋਈ ਰੋਜ਼ ਬਣਾਉਂਦਾ, ਕੋਈ ਲੰਗਰ ਦੇ ਵਿੱਚ ਸੇਵਾ ਕਰਦਾ ਤੇ ਉਹ ਲਾਂਗਰੀ ਬਣਾ ਸਕਦਾ। ਜਿਹਨੇ ਨਹੀਂ ਕਦੇ ਬਣਾਈ ਉਹਦੇ ਤੋਂ ਤੇ ਵੱਧ ਘੱਟ ਪੈਣਾ, ਕੋਈ ਚੀਜ਼ ਦਾ ਚੇਤਾ ਭੁੱਲ ਗਿਆ ਜਾਂ ਵੱਧ ਪਾ ਦਿੱਤਾ। ਉਹ ਬਿਦਰ ਨੇ ਸਾਗ ਬਣਾਇਆ ਤੇ ਲੂਣ ਪਾਉਣ ਦਾ ਚੇਤਾ ਹੀ ਭੁੱਲ ਗਿਆ, ਲੂਣਾ ਸਾਗ ਖਵਾਇਆ ਫਿਰ ਸ੍ਰੀ ਕ੍ਰਿਸ਼ਨ ਜੀ ਨੂੰ। ਉਹਨਾਂ ਛਕਿਆ, ਉਹਨਾਂ ਨੇ ਆਖਿਆ ਵੀ ਸਵਾਦ ਹੀ ਬੜਾ ਆਇਆ। ਉਹਨਾਂ ਨੇ ਨਹੀਂ ਆਖਿਆ ਵੀ ਲੂਣ ਹੈਗਾ ਹੀ ਨਹੀਂ ਵਿੱਚ, ਉਹ ਕਹਿੰਦੇ ਬੜਾ ਸਵਾਦ। ਕਿਉਂਕਿ ਜਿੱਥੇ ਪ੍ਰੇਮ ਹੋਵੇ ਉੱਥੇ ਫਿਰ ਬਿਨਾਂ ਲੂਣ ਤੋਂ ਵੀ ਸਵਾਦ ਲੱਗਦਾ, ਤੇ ਜਿੱਥੇ ਪ੍ਰੇਮ ਨਾ ਹੋਵੇ, ਪ੍ਰੇਮ ਤੋਂ ਬਿਨਾ, ਪ੍ਰੇਮ ਜਿੱਥੇ ਨਾ ਹੋਵੇ ਉੱਥੇ ਤੇ ਮਠਿਆਈ ਵੀ ਨਹੀਂ ਚੰਗੀ ਲੱਗਦੀ। ਪ੍ਰੇਮ ਵਾਲੇ ਥਾਂ ਤੇ ਆ ਲੂਣਾ ਸਾਗ ਵੀ ਮਿੱਠਾ ਲੱਗਦਾ। ਫਿਰ ਦਿਨੇ ਗਏ ਸੀ ਉਧਰ ਦੁਰਯੋਧਨ ਕੋਲੇ, ਉਹਨੇ ਆਖਿਆ ਜੀ ਰਾਤ ਮੇਰੇ ਕੋਲੇ ਆਉਂਦੇ, ਮੈਂ ਤੁਹਾਨੂੰ ਦੁੱਧ ਪਿਆਉਂਦਾ, ਤੁਹਾਨੂੰ ਕਾਜੂਆਂ ਵਾਲੀ ਖੀਰ ਖਵਾਉਂਦਾ, ਮੇਰੇ ਕੋਲੇ ਆਉਂਦੇ ਕਈ ਪਦਾਰਥ ਛਕਣੇ ਹੀ, ਰਾਤੀ ਰਹਿਣ ਉਹ ਬਿਦਰ ਦੇ ਘਰ ਦੇ ਵਿੱਚ ਉੱਥੇ ਪਾਣੀ ਪੀ ਕੇ ਸੌਣਾ ਪਿਆ ਨਾ। ਕਹਿੰਦੇ ਤੇਰੇ ਦੁੱਧ ਨੂੰ ਪਾਣੀ ਚੰਗਾ ਸੀ। ਕਹਿੰਦੇ ਮੈਨੂੰ ਪਤਾ ਲੱਗਾ ਵਾ ਰਾਤੀਆਂ ਲੂਣਾ ਸਾਗ ਖਾਧਾ, ਲੂਣ ਵੀ ਨਹੀਂ ਸੀ ਪਾਇਆ ਉਹਨਾਂ ਨੇ ਸਾਗ 'ਚ। ਕਹਿੰਦੇ ਖੀਰ ਨਾਲੋਂ ਮਿੱਠਾ ਲੱਗਾ ਸਾਨੂੰ, ਖੀਰ ਨਾਲੋਂ ਮਿੱਠਾ ਸੀ ਬਿਦਰ ਦਾ ਸਾਗ, ਤੇਰੇ ਘਰ ਦੇ ਦੁੱਧ ਨਾਲੋਂ ਉਹਦਾ ਪਾਣੀ ਚੰਗਾ ਸੀ, ਅੰਮ੍ਰਿਤ ਵਰਗਾ ਹੀ ਸਾਡੇ ਵਾਸਤੇ। ਇਹ ਸ਼ਬਦ ਭਗਤ ਕਬੀਰ ਸਾਹਿਬ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ, ਮਾਰੂ ਰਾਗ ਦੀ ਭਗਤ ਬਾਣੀ ਵਿੱਚ ਅੰਕਿਤ ਕੀਤਾ ਗੁਰੂ ਸਾਹਿਬ ਜੀ ਨੇ। ਜੋ ਦੁਰਯੋਧਨ ਨੂੰ ਆਖਿਆ ਸ੍ਰੀ ਕ੍ਰਿਸ਼ਨ ਜੀ ਨੇ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ, ਕਬੀਰ ਕੋ ਠਾकुर ਅੰਧ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਤੋ ਇਸ ਕਰਕੇ ਉਹਨਾਂ ਦਾ ਜ਼ਿਕਰ ਕੀਤਾ ਹੈ। ਤੇ ਭੀਲਣੀ ਭੀ ਧਨ ਧੰਨਾ, ਫਿਰ ਭੀਲਣੀ ਦਾ ਜ਼ਿਕਰ ਕੀਤਾ ਭਾਈ ਸਾਹਿਬ ਜੀ ਨੇ। ਕਹਿੰਦੇ ਵੀ ਭੀਲਣੀ ਵੀ ਧਨ ਧਨ ਹੋ ਗਈ। ਭੀਲ ਇੱਕ ਜਾਤੀ ਮੰਨੀ ਹੈ ਸਾਧ ਸੰਗਤ ਜੀ, ਛੋਟੀ ਜਾਤ ਮੰਨੀ ਹੈ ਸੰਸਾਰ ਦੇ ਵਿੱਚ। ਤੇ ਇਹ ਮਤੰਗ ਰਿਖੀ ਦੀ ਸੇਵਕ ਲਿਖੀ ਹੈ ਜੋ ਭੀਲਣੀ ਹੈ, ਸਬਰੀ ਵੀ ਕਰਕੇ ਲਿਖਿਆ। ਔਰ ਘਰ ਵਾਲਾ ਜਿਹੜਾ ਸੀ ਇਹਦਾ ਕੋਝਾ ਜਿਹਾ ਰੂਪ ਵੇਖ ਕਰਕੇ ਜੰਗਲ ਵਿੱਚ ਹੀ ਛੱਡ ਗਿਆ ਵਿਆਹ ਤੋਂ ਬਾਅਦ। ਤੇ ਬਹੁਤ ਵੈਰਾਗ ਦੇ ਵਿੱਚ ਹੋਈ ਕਿ ਜਿਹਦੇ ਨਾਲ ਮੇਰਾ ਵਿਆਹ ਹੋਇਆ ਸੀ ਉਹ ਮੈਨੂੰ ਜੰਗਲ 'ਚ ਹੀ ਛੱਡ ਗਿਆ, ਹੁਣ ਵਾਪਸ ਕਿੱਥੇ ਜਾਵਾਂ, ਮਾਪਿਆਂ ਨੇ ਤਾਂ ਮੈਨੂੰ ਤੋਰਿਆ ਸੀ, ਹੁਣ ਵਾਪਸ ਵੀ ਨਹੀਂ ਜਾਣਾ ਤੇ ਇੱਧਰ ਵੀ ਨਹੀਂ ਜਾਣਾ, ਹੁਣ ਜੰਗਲ ਵਿੱਚ ਰਹਿ ਕੇ ਹੀ ਤਪ ਕਰਨ ਲੱਗ ਪਏ। ਹੁਣ ਉੱਥੇ ਉੱਚ ਜਾਤੀ ਦੇ ਬ੍ਰਾਹਮਣ ਵੀ ਰਹਿੰਦੇ, ਪੰਡਤ ਵੀ ਰਹਿੰਦੇ ਆ, ਰਿਖੀ ਮੁਨੀ ਰਹਿੰਦੇ, ਤਪੱਸਿਆ ਕਰਦੇ ਆ। ਉਹ ਇਹਦੇ ਨਾਲ ਸਾਰੇ ਨਫ਼ਰਤ ਕਰਦੇ, ਘਿਰਨਾ ਕਰਦੇ, ਕਹਿੰਦੇ ਤੇਰਾ ਪਰਛਾਵਾਂ ਵੀ ਨਹੀਂ ਸਾਨੂੰ ਆਉਣਾ ਚਾਹੀਦਾ, ਤੂੰ ਭੀਲ ਜਾਤੀ ਵਿੱਚੋਂ। ਇਹ ਹਨੇਰੇ ਸਵੇਰੇ ਜਦੋਂ ਜਿਹੜੇ ਰਸਤੇ ਥਾਣੀ ਉਹ ਰਿਖੀ ਮੁਨੀ ਜਾਂਦੇ ਨਾ ਸਾਧੂ ਸੰਤ, ਉੱਥੇ ਝਾੜੂ ਫੇਰ ਜਾਇਆ ਕਰਦੇ, ਉਹ ਝਿੜਕਾਂ ਮਾਰਦੇ ਰਹਿੰਦੇ ਨੇ, ਇੱਕ ਪਾਸੇ ਬੈਠੀ ਨਾਮ ਜਪਦੀ ਰਹਿੰਦੀ। ਇੱਕ ਵਾਰੀ ਸ੍ਰੀ ਰਾਮਚੰਦਰ ਜੀ ਉੱਥੇ ਚਲੇ ਗਏ, ਉਸ ਮੌਕੇ ਤੇ ਹੋਈ ਹੈ। ਤਾਂ ਰਿਖੀਆਂ ਨੇ ਸੱਦਾ ਪੱਤਰ ਵੀ ਦਿੱਤਾ ਸੀ ਸ੍ਰੀ ਰਾਮ ਜੀ ਨੂੰ ਕਿ ਤੁਸੀਂ ਇਸ ਇਲਾਕੇ ਵਿੱਚ ਆਏ ਹੋ ਤੇ ਇੱਥੇ ਸਾਡੇ ਆਸ਼ਰਮਾਂ ਵਿੱਚ ਵੀ ਚਰਨ ਪਾ ਕੇ ਜਾਓ ਇਸ ਜੰਗਲ ਦੇ ਵਿੱਚ। ਉਹਨਾਂ ਨੇ ਜਿਹੜਾ ਦਿਨ ਦਿੱਤਾ ਸੀ ਤੇ ਉੱਥੇ ਚਲੇ ਗਏ ਤੇ ਸਾਰਿਆਂ ਨੇ ਆਪਣੀਆਂ ਕੁਟੀਆਂ ਐ ਸਜਾ ਕੇ ਰੱਖੀਆਂ, ਰਿਖੀਆਂ ਮੁਨੀਆਂ ਨੇ। ਅੱਗੇ ਕੇਲਿਆਂ ਦੇ ਪੱਤੇ ਲਾਏ ਆ, ਅੱਗੇ ਫੁੱਲ ਲਟਕਾਏ ਆ, ਕਲੀਆਂ ਪਾਈਆਂ, ਤੇ ਹਰ ਇੱਕ ਨੂੰ ਆਪੇ ਮੈਂ ਵੱਡਾ ਤਪਸਵੀ, ਮੈਂ ਵੱਡਾ ਤਪਸਵੀ, ਮੇਰੀ ਕੁਟੀਆ ਵਿੱਚ ਸ੍ਰੀ ਰਾਮ ਜੀ ਆਉਣਗੇ, ਮੇਰੀ ਕੁਟੀਆ ਵਿੱਚ ਆਉਣਗੇ। ਇਹਨੂੰ ਵੀ ਪਤਾ ਲੱਗਾ ਭੀਲਣੀ ਨੂੰ ਕਿ ਸ੍ਰੀ ਰਾਮ ਜੀ ਇੱਥੇ ਆ ਰਹੇ ਜੰਗਲ ਦੇ ਵਿੱਚ, ਤੇ ਚੇਤੇ ਕਰਕੇ ਕਹਿੰਦੀ ਆਉਣਾ ਤੇ ਉਹਨਾਂ ਨੇ ਹੈਗਾ, ਪਰ ਮੈਨੂੰ ਕਿੰਨੇ ਮਿਲਣ ਦੇਣਾ, ਮੈਂ ਤਾਂ ਨਹੀਂ ਉਹਨਾਂ ਦੇ ਦਰਸ਼ਨ ਕਰ ਸਕਾਂਗਾ। ਚਲ ਤਿਆਰੀ ਤਾਂ ਕਰਨੀ ਚਾਹੀਦੀ ਹੈ ਨਾ। ਫਿਰ ਜੰਗਲ ਵਿੱਚੋਂ ਜੇ ਮੇਰੇ ਕੋਲੇ ਆ ਗਏ ਤੇ ਮੈਂ ਉਹਨਾਂ ਨੂੰ ਕੀ ਭੇਟਾ ਕਰਾਂਗੀ, ਮੇਰੇ ਕੋਲੇ ਕੁਝ ਭੇਟਾ ਕਰਨ ਵਾਸਤੇ ਵੀ ਨਹੀਂ। ਫਿਰ ਬੇਰ ਤੋੜ ਕੇ ਰੱਖੇ ਜੰਗਲ ਦੇ ਵਿੱਚੋਂ ਬੇਰੀਆਂ, ਫਿਰ ਵੱਖ-ਵੱਖ ਬੇਰੀਆਂ ਦੇ ਬੇਰ ਇੱਕ ਇੱਕ ਦੋ ਦੋ ਤੋੜ ਕੇ ਖਾ ਕੇ ਵੇਖਦੀ ਆ ਵੀ ਜਿਹਦੇ ਮਿੱਠੇ ਆ ਉਹਦੇ ਤੋੜ ਕੇ ਰੱਖਣੇ, ਵੀ ਇਹਨਾਂ ਗੱਲ ਨੂੰ ਫੜਨ ਵਾਲੇ ਹੋਣ। ਉਹ ਮਿੱਠੇ ਬੇਰ ਤੋੜ ਕਰਕੇ ਰੱਖੇ। ਜਦੋਂ ਸ੍ਰੀ ਰਾਮ ਜੀ ਆਏ
वो एक कुटिया के सामने खलो के पुछते आ ये किसका आश्रम है, ये किसकी कुटिया है। अगे मोटा जिहा महंत बैठा विच, उन्हें अपना नाम लैके आख्या भी ये हमारी कुटिया है। कहते बहुत सुंदर है, आपको मुबारक हो। अगे लंघ गए, अगले कोले चले गए, उत्थे आख्या ये किसकी कुटिया है। उहदे अंदर भी हौमे जिहड़ा उत्थे बैठा तपस्वी, उन्हें अपना नाम लैके आख्या भी ये मेरी कुटिया है। कहते बहुत वधिया। इस तरह करते करते ते जिथे अंदर बैठी ना सादी जी छन दे विच माई भीलनी, ਉਹਦੇ बाहर जा करके कहन लगे किसकी कुटिया है। अंदर नेत्र मीटे होए ते नेत्रां विचों हंझू किर रहे आ, हिरदे विच प्यार ते रसना तो सहजे जे आख्या है मेरे राम दी कुटिया है, ये मेरे राम की कुटिया है। कहंदे माई राम बाहर खलोता है, राम नूं भी कुटिया च बिठाएंगी कि नहीं। चा चढ़ गया, अंदर बिठाया, राम जी आ गए। फिर उस मौके के उत्ते बेर छकाए, वो भीलनी के हथों बेर छके, जिन्हों लोग कहते जूठे बेर खाधे। जूठे नहीं सी असल च खाधे, जूठे पता क्यों आखिया जाता, वो बेरियां दे बेर उन्हें पहला तोड़ तोड़ के खा के वेखे सी भी किहड़े बेरी दे बेर मिठे आ। ते असल में जिहड़ी चीज़ पहलों खा के वेखी जाए उन्होंने जूठी कहा जाता। जिवें कड़ाह प्रशाद की देग बना के लियांदी जाए दरबार विच, भावें उन्होंने जूठी ना की जाए, ਉਹਦੇ ਚ थोड़ा जिहा प्रशादा एक कौली च पा के किसी नूं दे दिता जाए, जे कोई पहलों छक लवे फिर अरदास हो के उन्होंने कृपान भेंट नहीं हो सकती भी ਇਹਦੇ ਵਿੱਚੋਂ ਪਹਿਲੋਂ छक ਲਈ है किसी ने। जे कृपान भेंट होनी है, भगवान नूं भेंट होनी है, तो पहलों अरदास होगी, पहलों कृपान भेंट होगी, फिर किसे वरताई जा सकती। असल में वो जूठे नहीं भी वो पहलों आप खा के फिर देंदी सी, इस करके जूठे लिखिया। तो वो फिर बड़े प्यार दे नाल उन्होंने छके। ते बाकी सारे जेड़े सी ना कईयां दियां कुटियां ही तो फिर वो गए ही नहीं, वो गुस्से हो गए, वो नाराज हो गए, आ गए कहते भगवान असीं तो तैयारी करके बैठे, तुसीं साडे आए आ नीवीं जात वाली भीलनी कोले चले ने। कहते नीवीं जात वाली नहीं, ये तो बड़ी महान है। कहते ये तो महान है। कहते इन्नी महान है, उन्हें महान असी भी नहीं, उन्हें महान आ लक्ष्मण साडा भरा भी नहीं, उन्हें महान तुसी भी नहीं सारे जिन्नी महान ये गल कह दी भगवान राम। वो सारियां नूं बड़ा गुस्सा जिहा चढ़िया। फिर गलबात की, आपदे लैके गए। फिर उन्होंने आख्या भी असीं हुण तुहाडे कोले आए हैं तो कोई कारज है, कोई मंग है तो दसो। कहंदे जी मंग साडी एक वा भी इत्थे असीं रहिंदे आ ते पंपासर नाम दा सरोवर वा, ਇਹਦੇ ਚ किरम पै गए ते भगवान जी वो ठीक कर जाओ, तुसीं हुण आए हो। कहंदे चलो चल गए, सारिਆਂ ਨੂੰ नाल लैके उत्थे चले गए। कहंदे भी ਇਹਦੇ ਚ चरण पाओ सारे जाने वारो वारी। ਜਿਹੜਾ महान होया ਉਹਦੇ चरनां नाल ਇਹਦੇ किरम ठीक होणगे। ਪਹਿਲਾਂ ਸਾਰੇ महंतां ਦੇ रिखियां मुनियां ਦੇ चरण पवाए, ਉਹਦੇ ਵਿੱਚ ਉਹ किरम ना हटे। लक्ष्मण ਨੂੰ आख्या तूं भी ਇਹਦੇ ਚ कर इशनान, ਉਹਨੇ भी कीता ना हटे। कहते हुण असीं पाउणे, आप भी चरण पाए, जान बुझ के कौतक किया, आप चरण पाए फिर भी किरम ना हटे। कहते अपना सारिਆਂ ਦੇ चरण पाउण ਦੇ ਨਾਲ ਇਹਦੇ किरम नहीं हटे। हुण साडी गल मन्नो रिखियो मुनियो, हुण भीलनी ਦੇ चरण पवा के वेख लो। कहते जी वो शूदर, वो नीवीं जात वाली, ਉਹਦੇ चरण पवाने तुसीं। कहते साडी गल तां मन्नो, एक बार पवा के ते वेखो। फिर बचन तां मन्नना ही पैना सी। फिर जदों भीलनी नूं तो उन्हें आके चरण पाए तो किरम ठीक हो गए, वो सारे किरम हट गए विचों, जल जिहड़ा सी शुद्ध हो गया। फिर दस दिता कि नाम की महिमा ही वड्डी है, तुसीं इहदे नाल वितकरा करदे सी, नीवीं जाति वाला कहिंदे सी, ते ये नाम जप जप के महान हो गई। ये अंदर कोई द्वैश है ही नहीं है, कोई ईर्खा है ही नहीं है। तां भाई साहब जी ने आख्या भीलनी पी धन धन्ना। भीलनी भी नाम जप के नीवीं जाति विच पैदा हो के भी, जिसनूं लोग कहिंदे सी संसारी तौर ते नीवीं जाति वाली, वो महान हो गई। चौहां युगां विच जेड़े जेड़े जन पैदा होए, जिन्ना किसी ने भी नाम दे नाल ही कहंदे भरम जिहड़ा वो भन्निया है, नाम जप के सब दा भरम दूर होया, नाम जप के सारे महान होए।
ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਆਸੀਸ ਅੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਕਥਾ ਨਿਤਾ ਪ੍ਰਤ ਹੋਤ ਹੈ। ਸੁਨਹੁ ਸਿੰਘ ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।